ਪੌੜੀ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆਰ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਹਰਿ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਹਰਿ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰਿ ਨਾਮ ਸੁਣਿਐ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਾਓ ਹਾਉ ਸਦਾ ਨਮਸਕਾਰੀ। ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰਿ ਨਾਮ ਲਿਆ। ਤਿਸ ਗੁਰਸਿੱਖ ਕਾਓ ਹਾਉ ਸਦਾ ਨਮਸਕਾਰੀ। ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਤੇ ਤਰ੍ਹਾਂ 'ਚ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਮਹਾਰਾਜ ਨੇ ਸਾਨੂੰ ਦੱਸਿਆ ਹੈ ਨਾ ਕਿ ਨਾਮ ਜਪਦੇ ਅਸੀਂ ਸਾਰਿਆਂ ਜਪਣਾ ਹੀ ਹੈ, ਪਰ ਇਹਦੇ ਵਾਸਤੇ ਵੀ ਇੱਕ ਕਿਰਪਾ ਦੀ ਜ਼ਰੂਰਤ ਹੈ। ਇਹ ਤੇ ਕਿ ਸਾਰਾ ਸਵਾਦ ਹੈ ਕਿ ਹਰ ਕਰਮ ਕਿਰਪਾ ਦੇ ਸਦਕੇ ਹੈ,
ਤੇ ਕਿਰਪਾ ਹਰ ਕਰਮ ਦੇ ਪਿੱਛੇ ਹੈ। ਬੜਾ ਪਿਆਰਾ ਜਿਹਾ ਬਚਨ ਹੈ ਮਹਾਰਾਜ ਦਾ, ਬਿਨ ਕਿਰਪਾ ਨਾਮ ਨਾ ਪਾਵੇ ਕੋਈ। ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਅਸੀਂ ਨਾਮ ਨਹੀਂ ਪਾ ਸਕਦੇ, ਕਿਰਪਾ ਤੋਂ ਬਿਨਾਂ ਜਪ ਨਹੀਂ ਸਕਦੇ, ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਤੇ ਲੋਕ ਕਹਿਣਗੇ ਸਾਡੇ ਤੇ ਕਿਰਪਾ ਹੈ ਕਿ ਨਹੀਂ ਹੈ। ਬਈ ਕਿਰਪਾ ਹੈ ਤਾਂ ਹੀ ਤੇ ਜੀ ਰਹੇ ਹਾਂ, ਕਿਰਪਾ ਹੈ ਤਾਂ ਹੀ ਤੇ ਉੱਠੇ ਹਾਂ। ਜੇ ਰਾਤ ਬਤੀਤ ਹੋਈ ਹੈ ਕਿਰਪਾ ਹੈ ਤਾਂ, ਨਹੀਂ ਤੇ ਆਪਣੇ ਆਲੇ ਦੁਆਲੇ ਦੇ ਬਹੁਤੇ ਨਹੀਂ ਨਾ, 10-10 20 ਪਰਿਵਾਰਾਂ ਦੇ ਵਿੱਚ ਦੇਖ ਲਈ ਬਹੁਤ ਸਾਰੇ ਜੀਅ ਹੋਣੇ ਜੋ ਰਾਤੀ ਚੰਗਾ ਭਲਾ ਖਾ ਕੇ ਸੁੱਤੇ ਹੋਣੇ ਆ, ਪਰ ਸਵੇਰੇ ਉੱਠਿਆ ਨਹੀਂ ਗਿਆ ਹੁਣ ਕਈਆਂ ਤੋਂ। ਚੇਤਨਾ ਆ ਗਈ ਹੋਣੀ ਆ, ਤਨ ਨੇ ਸਾਥ ਨਹੀਂ ਦੀ। ਕਿਸੇ ਨੇ ਕਿਹਾ ਨਾ ਭਾਈ ਮੇਰੀ ਪਿੱਠ ਨਹੀਂ ਉੱਠਦੀ, ਕੋਈ ਕਹਿੰਦਾ ਨਾ ਭਾਈ ਮੇਰੇ ਗੋਡੇ ਸਾਥ ਨਹੀਂ ਦੇ ਰਹੇ, ਕੋਈ ਕਹਿੰਦਾ ਹੋਣਾ ਮੇਰਾ ਸਿਰ ਬੜਾ ਦੁਖਦਾ ਹੈ, ਤੇ ਕੋਈ ਤੇ ਕਹਿਣ ਜੋਗਾ ਹੀ ਨਹੀਂ ਰਿਹਾ ਹੋਣਾ। ਅਸਾਂ ਤੇ ਕਿਰਪਾ ਹੋਈ, ਅਸੀਂ ਉੱਠਣ ਜੋਗੇ ਆ, ਉੱਠੇ ਆ, ਬੋਲ ਰਹੇ ਆ, ਸੁਣ ਰਹੇ ਆ, ਸੁਣਾ ਰਹੇ ਆ। ਇਸ਼ਨਾਨ ਪਾਨ ਦੇ ਨਾਲ ਨਾਲ ਸੰਸਾਰ ਦੀਆਂ ਪਰਿਵਾਰ ਦੀਆਂ ਕਿਰਿਆਵਾਂ ਕਰਤੱਵ ਕਰਨ ਦਾ ਬਲ ਮਿਲੇ, ਜੀ ਰਹੇ ਆ। ਇਹ ਕਿਰਪਾ ਹੈ, ਹੋਰ ਅਸੀਂ ਵੱਖਰੀ ਕਿਰਪਾ ਕਿੱਥੋਂ ਲੋੜਦੇ ਆ। ਇਹ ਕਿਰਪਾ ਹੀ ਹੈ ਕਿ ਜੋ ਆਪਾਂ ਘਰਾਂ ਤੋਂ ਚੱਲ ਕੇ ਇੱਥੇ ਆਣ ਬੈਠੇ ਆ। ਹੁਣ ਇਸੇ ਕਿਰਪਾ ਦਾ ਅਗਲਾ ਰੂਪ ਆਪਾਂ ਨੇ ਥੋੜ੍ਹਾ ਜਿਹਾ ਐਕਟੀਵੇਟ ਆਪਣੇ ਆਪ ਨੂੰ ਕਰਨਾ ਹੈ। ਹੁਣ ਅਸਾਂ ਨੇ ਬਾਣੀ ਦੇ ਪਠਨ ਪਾਠਨ ਵਿੱਚ, ਸੁਣਨ ਸਮਝਣ ਵਿੱਚ ਆਪਣੇ ਆਪ ਨੂੰ ਲਾ ਦੇਣਾ। ਕੋਸ਼ਿਸ਼ ਕਰਨੇ ਕਿ ਜਿਤਨਾ ਸਮਾਂ ਅਸੀਂ ਇੱਥੇ ਰਹੀਏ ਦੁਨੀਆ ਦੇ ਖਲ ਜਗਣ ਤੋਂ ਬਚੇ ਰਹੀਏ। ਦੁਨੀਆ ਛੱਡ ਕੇ ਜਾ ਨਹੀਂ ਸਕਦੇ ਸੀ, ਦੁਨੀਆ ਦੇ ਵਿੱਚ ਰਹਿਣਾ, ਪਰ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆ ਦੁਨਿਆਵੀ ਨਿੰਦਾ ਤੇ ਦੁਨਿਆਵੀ ਸਤਤ ਤੋਂ ਬਚ ਜਾਈਏ, ਇੰਨਾ ਹੀ ਬੜਾ ਹੈ। ਜੇ ਦੁਨਿਆਵੀ ਨਿੰਦਾ ਤੇ ਦੁਨਿਆਵੀ ਸਤਤਾਂ ਤੋਂ ਬਚ ਜਾਈਏ ਤੇ ਸਮਝ ਲਓ ਅਸੀਂ ਆਪਣੇ ਆਪ ਨੂੰ ਬਹੁਤ ਬਚਾ ਲਿਆ। ਬੜਾ ਪਿਆਰਾ ਜਿਹਾ ਬਚਨ ਹੈ, ਆਪਨੇ ਪੜ੍ਹਿਆ ਸਮਝਿਆ ਹੋਵੇਗਾ। ਰਹਿਣਾ ਦੁਨੀਆ ਦੇ ਵਿੱਚ ਹੈ, ਪਰ ਦੁਨੀਆ ਨੂੰ ਬਹੁਤਾ ਨਾ ਚੰਗਾ ਕਹਿਣਾ ਤੇ ਨਾ ਬਹੁਤਾ ਮੰਦਾ ਕਹਿਣਾ। ਜੈਸੀ ਹੈ ਵੈਸੀ ਹੀ ਮਤ ਦੇਖੋ। ਦੁਨੀਆ ਨਾ ਸਲਾਹੇ ਜੋ ਮਰਵੰਜ ਸੀ। ਸਾਰੀ ਦੁਨੀਆ ਨੇ ਮੁੱਕ ਜਾਣਾ ਹੈ, ਮਰ ਜਾਣਾ ਹੈ, ਇਸ ਕਰਕੇ ਇਸ ਦੀ ਜ਼ਰੂਰਤ ਤੋਂ ਜ਼ਿਆਦਾ ਸਿਫਤ ਸਲਾਮਤ ਕਰਿਆ ਕਰੋ। ਹੁਣ ਜ਼ਰੂਰਤ ਕਿੰਨੀ ਹੈ ਵੀ ਜਿਵੇਂ ਕੋਈ ਵੱਡਾ ਭੈਣ ਭਰਾ ਮਿਲਿਆ, ਭਾਈ ਤੁਸੀਂ ਵੱਡੇ ਹੋ, ਹਰ ਇੱਕ ਦਾ ਮਾਣ ਤਾਣ ਕਰਨਾ, ਭਾਈ ਤੁਸੀਂ ਚੰਗੇ ਹੋ। ਠੀਕ ਹੈ, ਕਈ ਵਾਰ ਅਗਲਾ ਵਿਚਾਰਾ ਨਾਦਾਨ ਹੈ, ਨਹੀਂ ਸਮਝ ਆਈ, ਕਹਿਣਾ ਨਹੀਂ ਭਾਈ ਤੁਸੀਂ ਬਹੁਤ ਚੰਗੇ ਹੋ, ਤੂੰ ਬਹੁਤ ਚੰਗਾ ਹੈ। ਕਿਸੇ ਨੂੰ ਬੁਰਾ ਨਹੀਂ ਕਹਿਣਾ, ਹਾਂ ਮੈਂ ਨਹੀਂ ਚੰਗੇ, ਬੁਰਾ ਨਹੀਂ ਕੋਈ ਦੇ ਭਾਵ ਚੱਲੀਏ। ਤੇ ਫਿਰ ਅਗਲੀ ਗੱਲ ਮਿਲਦੀ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਫਿਰ ਅਗਲਾ ਪੱਖ ਆਰੰਭ ਹੋ ਜਾਂਦਾ ਹੈ। ਔਰ ਇੱਥੇ ਹੀ ਅਸੀਂ ਰੁਕੇ ਹਾਂ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਉ। ਗੁਣ ਗਾਏ ਵਿਗਸੈ ਸਦਾ ਅਨ ਦਿਨ। ਫਿਰ ਅਸਾਂ ਇਸ ਖੇੜਿਆਂ ਨੂੰ ਮੰਨਣਾ ਹੈ। ਹੁਣ ਜਿਹੜੇ ਇਸ ਅਵਸਥਾ ਨੂੰ ਮੰਨਣ ਲੱਗ ਪਏ ਨੇ, ਜਿਨ੍ਹਾਂ ਨੂੰ ਸਤਿਗੁਰ ਦੀ ਅਗਲੀ ਕਿਰਪਾ ਹੋਈ, ਪਹਿਲੀ ਕਿਰਪਾ ਦਾ ਪੜਾਅ ਤੇ ਸਾਨੂੰ ਸਭ ਨੂੰ ਮਿਲਿਆ, ਦੂਜੀਆਂ ਕਿਰਪਾਵਾਂ ਦੇ ਪੜਾਅ ਵੀ ਕੁਝ ਸੁੱਤੇ ਸਿੱਧ ਮਿਲਦੇ ਨੇ। ਉਹਨਾਂ ਦੀ ਵਿਆਖਿਆਵਾਂ ਅਸੀਂ ਸਮੇਂ-ਸਮੇਂ ਕਰਦੇ ਰਹਿੰਦੇ ਹੁੰਦੇ ਹਾਂ। ਸਾਡੇ ਵਿਦਵਾਨ ਵਡੇਰੇ ਕਰਦੇ ਨੇ, ਸੁਣ ਕੇ ਅਸੀਂ ਵੀ ਇੱਕ ਦੂਜੇ ਨਾਲ ਸਾਂਝਾਂ ਪਾਈ ਜਾਂਦੇ ਹਾਂ। ਦਾਰਸ਼ਨਿਕ ਲੋਕ ਮੰਨਦੇ ਨੇ ਕਿ ਜੋ ਸੁਭਾਵਕ ਕਰਤਾ ਪੁਰਖ ਵਾਹਿਗੁਰੂ ਜੀ ਦੀ ਸਾਡੇ ਜੀਵ ਮੰਡਲ ਤੇ ਕਿਰਪਾਵਾਂ ਦੇ ਲੇਅਰਸ ਵਰਤਦੀ ਆ ਨਾ, 5 ਕੁ ਦਰਸ਼ਨ ਸਾਨੂੰ ਸਮਝ ਆਉਂਦੇ ਨੇ ਮੋਟੇ ਮੋਟੇ। ਅੱਜ ਬਚਨ ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਉਹ ਧਨੰਤਾ ਯੋਗ ਗੁਰਮੁਖ ਗੁਰਸਿੱਖ ਹੈ, ਜਿਹੜਾ ਸਤਿਗੁਰੂ ਤੇ ਚਰਣੀ ਪੈ ਲੱਗਿਆ। ਆਪਾਂ ਜਿਸ ਪੜਾਵ 'ਤੇ ਬੈਠੇ ਆ ਨਾ, ਇਹ ਉਹ ਪੜਾਵ ਹੈ ਜਿੱਥੇ ਅਸੀਂ ਸਤਿਗੁਰ ਕੇ ਚਰਣੀ ਪੈ ਰਹੇ ਹਾਂ। ਕਿਤਨਾ ਕਾਮਯਾਬ ਹੋਵਾਂਗੇ ਸਾਡੇ ਕੀਤੇ ਕਰਤੱਵ 'ਤੇ, ਸਾਡੇ ਮੱਥਾ ਟੇਕਣ 'ਤੇ ਮਹਾਰਾਜ ਦੀ ਕਿਤਨੀ ਖੁਸ਼ੀ ਵਰਤੇਗੀ, ਇਹ ਸਾਡੇ ਹੱਥ ਵੱਸ ਨਹੀਂ ਹੈ, ਇਹ ਮਹਾਰਾਜ ਦੇ ਹੱਥ ਹੈ।
पर असीं इत्थे हाँ, इसे करके संगत विच आए होया हर जी धन है, क्योंकि भाई उसने भावें कुछ समय ਲਈ सही अपने घर परिवार ते अपनी संसारी दुनिया तो छुट्टी लई है, मेहनत मशक्कत की, उद्यम किया ते कुछ समय ਲਈ सही भावें बाहर निकलिया ते है। आ जितने सत्संगी जी ने इस पक्षों सारे धन होंदे ने, क्योंकि ये कुछ समय ਲਈ अपनी दुनिया चों जो संसारी दुनिया होंदी है उस तो बाहर निकल के गुरुदेव के चरणों च पहुँच करते ने। इस करके धन ने उन्हां गुरसिखां नूं धन किया जाए, और ये असां ने प्राप्त करना है, इस मुकाम नूं असां छूना है। जे सानू शारीरिक परिवारक संसारक ये मानता मिल गई है, ये वड्डापन मिले कि चलो असी अपने घर परिवार के सर्कल के भावें मजबूरियां करके किरतां करके लोड़ां करके ही आए होवांगे, पर आए तां साडे इत्थे आउण वाले 2-3 प्रकार के जी हुंदे ने। एक तो निहायत प्रेमी हुंदे ने, उत्ते प्रेम दे बधे हुंदे ने, कुछ ठीक है दुख दे मारे लोड़ां दे मारे हुंदे ने। तीजे साडे वर्गे जिहड़े ने किरतां दे बधे हुंदे ने। साडे विच एक होर है जो मजबूरी किरत भी करदा है पर मजबूरी दा बधा हुंदा है। किरत करदिआं होए भी शौक ते प्रेम नाल कीता जा सकदा है ते मजबूरी नाल भी कीता जा सकदा है। इस तरह असीं पहुँचे ते हाँ, भावें मजबूरी करके आए, भावें शौक करके आए, भावें प्रेम करके आए, भावें भगती दे भाव करके आए, पहुँचे तां पहुँच तां हो गई। गल है पहुँचे तां, पर इत्थों तक पहुँच दे विच असां समझना है कि असीं जिहड़े पहुँचे हाँ सानू धनंता मिल सकती है। साडे विचों ही धन होने ने जी जिहड़े साडे तो उच्चे उठ जाने ने। उन्हां नूं समझना होवे ना ते दार्शनिक मंडल दे सियाणे जो कुछ लेयर समझाते ने, जो व्याकरण दीआं परिभाषावां ते पाबंदियां तो उच्चा वखरा उठ जाता है। आपां जदों एक दूजे नूं से बोल के कहने तो कहने भाई साध संगत है। सारे कित्थे गए हो? आपां संगत विच गए हाँ ते इत्थे भाई साध संगत है। असीं सारे एक दूजे नूं गिणती मिणती का कोई चर्चा नहीं, इत्थे कहने भी साध संगत है। तो वेखिया होना साध संगत लिखदिआं साध लिखीए ना तो धद्दा मुकत छड्ड देईदा। असीं तुसीं साध लिखांगे तो धद्दा मुकत छड्ड देआंगे। किसी ने कहना फलाना बंदा साध है तो असीं साध दा धद्दा मुकत छड्ड देआंगे। असीं सारे ही वो साध रूप हाँ, क्योंकि हुण असीं अपने मन नूं साधन दा साधन बना लिया है। साडे गुरुदेव की किरपा हुई है, सानू आ साधन कीर्तन दा, कथा दा, पानी पढ़न दा आ इंतजामात दरी चादर विषय मिले ने, छत बनी हुई है, कंबल है, जरूरतां जो साधन ने ना बाहर संसार दे पदार्थ एलीमेंट्स वरते वो सानू इत्थे मुहैया करके दिते गए ने। इन्हां दे सदके इन्हां साधनां दे सदके हुण असीं अपने तन नूं साधदे हाँ ते तन दे साधन सदके फिर मन नूं साधदे हाँ। यतन करदे हैं साडा मन साधिया जाए। ते जदों साडा मन ते तन टिक जाता है, थोड़ा जा तन नूं टिकाओ निग मिल गया, आराम मिल गया, दम आ गया, साह आ गया, फिर मन टिकाओ चाहता है तो सानू एक मात्रा मिलती है साधु, जिन्होंने आप कदे कदे गुरबाणी च पढ़ते धद्दे नूं एक मात्रा साधु। हुण तन भी स्थिर है, तन निग महसूस करन लग पिया, सर्दी गर्मी तो बच गया है, टिकाव ना बह गया है। हुण मन अरदास के राह ते तुर पे, हे सच्चे पातशाह कृपा करो। जिथे असीं कहने बह के आपां अरदास अपना करन लग पैंदे आ, सानू एक मात्रा मिल जाती है, शब्द की गुरु की कला वरतन लग पैंदी है। हुण टिकाव जिहा बन गया, थोड़ा समा होर उसे भाव मुद्रा च रहे, टिकाव बनिया रहा, सानू दूसरी मात्रा मिलती है, साड़ी संघिया साधु हो जाती है। हुण साधु है। असीं देखते हैं जदों बिरती टिकण लग पैंदी है, कथा कीर्तन हो रहा बैठे हाँ, साड़ी बिरती टिकण लग पैंदी है। हौली हौली बिरती टिकण की निशानी लोग कहते हैं, शरीर स्थिरता चाहण लग पैंदा है ते मन का चंचल पक्ष मिट जाता है।
ਨੇਤਰ ਸੁੱਤੇ ਸਿੱਧੇ ਆਪਣੇ ਦਾਇਰੇ 'ਚ ਰਹਿਣ ਲੱਗ ਪੈਂਦੇ ਨੇ। ਹੁਣ ਕੌਣ ਆਇਆ ਤੇ ਕੌਣ ਗਿਆ ਇਹਦੀ ਚਿੰਤਾ ਨਹੀਂ ਰਹਿੰਦੀ। ਭਈ ਜਿਹਨੇ ਆਉਣਾ ਆਉਣਾ ਹੀ ਹੈ, ਜਿਹਨੇ ਜਾਣਾ ਉਹਨੇ ਜਾਣਾ ਹੀ ਹੈ। ਕੋਈ ਕੀ ਕਰਦਾ ਏ ਫਿਰ ਇਹਦੀ ਪ੍ਰਵਾਹ ਵੀ ਹਟਣ ਲੱਗ ਪੈਂਦੀ, ਫਿਰ ਆਪਣੇ ਆਪ 'ਚ ਟਿਕ ਜਾਂਦਾ ਹੈ। ਇਹ ਕੌਣ ਹੈ? ਹੁਣ ਤੇ ਸਾਧੂ ਸੁਭਾਅ ਹੈ, ਕਿਉਂਕਿ ਸਾਧੂ ਨੂੰ ਦੁਨੀਆ ਦੇ ਖਲ ਜਗਣਾ ਨਾਲ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਭਾਈ, ਹਰ ਕੋਈ ਕਰ ਰਿਹਾ ਨਾ, ਕਰੀ ਜਾ। ਅਸੀਂ ਕਦੇ ਕਦੇ ਕਹਿੰਦੇ ਫਲਾਣਾ ਤੇ ਸਾਧੂ ਸੁਭਾਅ ਹੈ। ਸਾਧੂ ਕੋ ਸੁਭਾਵ ਹੈ, ਸਾਧੂ ਇੱਕ ਅਵਸਥਾ ਹੈ ਜਿੱਥੇ ਆਲੇ ਦੁਆਲੇ ਜੋ ਹੋ ਰਿਹਾ ਹੈ ਵੈਸਾ ਹੀ ਹੈ, ਉਸ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਹੈ। ਅਗਰ ਬਦਲਣਾ ਹੈ ਤੇ ਆਪਣੇ ਆਪ ਨੂੰ। ਹੁਣ ਦੂਜੀ ਸੰਗਿਆ ਮਿਲਦੀ ਹੈ, ਇਹ ਸਾਧੂ ਹੋ ਗਿਆ। ਇਹਨੂੰ ਹੀ ਸੰਗਤ ਤੇ ਕਹਿੰਦੇ ਭਗਤ, ਇਹ ਸਾਧੂ ਸੰਗਤ ਹੈ। ਜਦੋਂ ਆਲੇ ਦੁਆਲੇ ਦੇ ਪ੍ਰਭਾਵਾਂ ਤੋਂ ਬਚ ਜਾਂਦਾ ਹੈ ਤੇ ਆਲੇ ਦੁਆਲੇ ਦੇ ਪ੍ਰਭਾਵ ਚੰਗੇ ਤੇ ਮੰਦੇ ਹੀ ਮੰਨੇ ਜਾਂਦੇ। ਅਸੀਂ ਤੇ ਬਹੁਤੀਆਂ ਵਿਆਖਿਆਵਾਂ ਤਾਂ ਨਹੀਂ ਕਰਦੇ। ਆਲੇ ਦੁਆਲੇ ਦੇ ਪ੍ਰਭਾਵ ਚੰਗੇ ਤੇ ਮੰਦੇ ਹੀ, ਵੀ ਕੋਈ ਉੱਠ ਕੇ ਆ ਗਿਆ ਤੇ ਕੋਈ ਆ ਕੇ ਬਹਿ ਗਿਆ ਹੈ। ਹੋ ਸਕਦਾ ਕੋਈ ਬੋਲ ਪਿਆ ਹੋਵੇਗਾ, ਕੁਛ ਨੂੰ ਕੁਛ ਵੱਧ ਘੱਟ ਕਿਰਿਆ ਕੀਤੀ ਹੋਵੇਗੀ, ਕੋਈ ਸਮੇਂ 'ਤੇ ਆਇਆ ਕੋਈ ਨਹੀਂ ਹੈ। ਜਦੋਂ ਇਹ ਤਿੰਨ ਅਵਸਥਾਵਾਂ ਲੰਘ ਜਾਂਦੀਆਂ ਤੇ ਫਿਰ ਚੌਥੀ ਅਵਸਥਾ ਪ੍ਰਾਪਤ ਹੁੰਦੀ ਹੈ। ਉਹ ਹੁੰਦੀ ਹੁਣ ਇਹ ਸਾਧੂ ਜਿਹੜਾ ਹੈ ਨਾ, ਟਿਕਿਆ ਹੋਇਆ ਮਨ ਸੱਤ ਨੂੰ ਪ੍ਰਾਪਤ ਕਰਨ ਲਈ ਤਿਆਰ ਹੋ ਜਾਂਦਾ ਹੈ। ਚੌਥੀ ਅਵਸਥਾ ਸਤ ਸੰਗਤ ਹੋ ਜਾਂਦੀ ਹੈ। ਸਤ ਹੁਣ ਉੱਥੇ ਬਿਲਕੁਲ ਸਤ। ਸਤ ਦਾ ਮਤਲਬ ਪ੍ਰੈਜ਼ੈਂਟ ਟਾਈਮ ਹੈ ਭਾਈ, ਜਿੱਥੇ ਬੈਠਾ ਹੈਗਾ ਹੈ, ਪ੍ਰੈਜ਼ੈਂਟ ਹੈ, ਆਪਣੇ ਮੁਕਾਮ 'ਤੇ ਬਿਲਕੁਲ ਸੁਚੇਤ ਸਾਵਧਾਨ ਹਾਜ਼ਰ ਹੈ। ਹੁਣ ਇਹ ਸਤ ਸੰਗਤ ਵਿੱਚ ਆ ਗਿਆ। ਹੁਣ ਇਹ ਸੰਗਿਆ, ਹੁਣ ਦੀ ਅਵਸਥਾ ਸਤ ਸੰਗਤ ਹੋ ਗਈ ਹੈ। ਅਤੇ ਜਦੋਂ ਸਤ ਸੰਗਤ ਵਿੱਚ ਹੁਣ ਮਨ ਕੀ ਕਰ ਰਿਹਾ, ਚੇਤਨਾ ਕੀ ਕਰ ਰਹੀ ਹੈ, ਪਤਾ ਹੁੰਦਾ ਉਹਨੂੰ। ਚੇਤਨਾ ਮਨ ਜਦੋਂ ਸਤ 'ਤੇ ਟਿਕ ਕੇ ਗੁਰੂ ਸ਼ਬਦ ਨਾਲ ਜੁੜੀ ਰਹਿੰਦੀ ਹੈ ਤੇ ਫਿਰ ਇਸ ਨੂੰ ਸਤ ਨੂੰ ਉੱਤੇ ਹੋਰ ਇੱਕ ਬਿੰਦੀ ਮਿਲ ਜਾਂਦੀ ਹੈ। ਅਤੇ ਜਦੋਂ ਆਪਾਂ ਸਤ ਦੇ ਉੱਤੇ ਕਿਸੇ ਉੱਤੇ ਟਿੱਪੀ ਲਾ ਦਿੰਦੇ ਹਾਂ ਫਿਰ ਕੀ ਬਣ ਜਾਂਦਾ ਹੈ? ਸੰਤ। ਉਹੀ ਹੈ ਨਾ, ਹੈ ਤੇ ਸਤ ਵਾਲਾ ਹੀ, ਲੇਕਿਨ ਹੁਣ ਉਹਦੇ ਸਿਰ 'ਤੇ ਇੱਕ ਟਿੱਪੀ ਲੱਗ ਗਈ ਹੈ। ਇੱਕ ਹੁਣ ਥਾ ਇਹਦਾ ਅਗਲਾ ਪੜਾਵ ਖੁੱਲ੍ਹ ਗਿਆ, ਅਗਲੇ ਪੜਾਵ ਦੇ ਰਾਹ ਖੁੱਲ੍ਹੇ ਨੇ। ਹੁਣ ਇਹ ਸੰਤ ਹੋ ਗਿਆ, ਹੁਣ ਇਹ ਸੰਤ ਸੰਗਤ ਹੋ ਗਈ ਹੈ। ਇੱਥੇ ਬੈਠਿਆਂ ਸਾਡੀਆਂ ਅਵਸਥਾਵਾਂ ਬਦਲਦੀਆਂ ਜਾਂਦੀਆਂ ਨੇ, ਹਰ ਇੱਕ ਦੀਆਂ ਬਦਲੀਆਂ ਨੇ, ਔਰ ਇਹ ਘਰ ਪਰਿਵਾਰ 'ਚ ਹੋ ਸਕਦੀਆਂ ਨੇ, ਹਰ ਜਗ੍ਹਾ 'ਤੇ। ਹਾਲਾਂਕਿ ਸਭ ਦੀ ਇਸ ਤਰ੍ਹਾਂ ਦੀ ਅਵਸਥਾ ਜੀਵਨ ਦੀ ਯਕੀਨਨ ਬਦਲਣੀ ਚਾਹੀਦੀ ਹੈ। ਅਸੀਂ ਆਰੰਭਤਾ ਕਰੀਏ ਆਮ ਸੰਗਤ ਤੋਂ, ਸਾਧ ਸੰਗਤ, ਸਾਧੂ ਸੰਗਤ, ਸਾਧੂ ਸੰਗਤ ਹੋ ਜਾਏ, ਸਤ ਸੰਗਤ ਹੋ ਜਾਏ ਅਤੇ ਸੰਤ ਸੰਗਤ ਹੋ ਜਾਏ। ਸੰਤ ਸੰਗਤ ਦੇ ਪੈਮਾਨਾ ਪਹਿਚਾਨ ਆਪਾਂ ਪੜ੍ਹੀ ਹੋਣੀ ਆ। ਸੰਤ ਸੰਗਤ ਰਾਮ ਹਿਰਦੈ ਬਸਾਈ। ਉਦੋਂ ਫਿਰ ਹਿਰਦੇ 'ਚ ਕੌਣ ਹੁੰਦਾ? ਕੋਈ ਦੁਨੀਆ ਨਹੀਂ ਹੁੰਦੀ। ਉਦੋਂ ਹਿਰਦੇ 'ਚ ਮੈਂ ਤੂੰ ਨਹੀਂ ਹੁੰਦਾ, ਉਦੋਂ ਹਿਰਦੇ 'ਚ ਕੇਵਲ ਰਾਮ ਹੁੰਦਾ ਹੈ। ਉਹਨਾਂ ਗੁਰਸਿੱਖਾਂ ਨੂੰ ਧੰਨ ਕਹੀਏ ਜਿਹੜੇ ਇਸ ਸੰਗਤ ਵਿੱਚ ਆ ਗਏ, ਕਿਉਂਕਿ ਜਿੱਥੇ ਸਤਿਗੁਰੂ ਹੁੰਦਾ ਉੱਥੇ ਸੰਗਤ। ਜੇ ਸਤਿਗੁਰ ਤੈਂ ਸਤ ਸੰਗ ਬਣਾਈ, ਆਪਾਂ ਇੱਦਾਂ ਹੀ ਪੜ੍ਹਦੇ ਨਾ। ਇਸ ਕਰਕੇ ਧੰਨ ਧੰਨ ਨੇ ਉਹ ਗੁਰਸਿੱਖ ਜਿਹੜੇ ਸੰਗਤ ਵਿੱਚ ਆਉਂਦੇ ਨੇ। ਅਤੇ ਕਿਹੜੀ ਸੰਗਤ ਹੈ ਭਾਈ? ਸੰਗਤ ਗੁਰੂ ਕੀ ਹੈ। ਉਹ ਨਿਰਾ ਸੰਗਤ ਲਿਖਦੀ ਤੇ ਹੋ ਸਕਦਾ ਭਾਈ ਕਿਸੇ ਹੋਰ ਦੀ ਸੰਗਤ ਵੀ ਹੋਵੇਗੀ ਨਾ। ਜਿੰਨੇ ਵੀ ਆਪਣੇ ਆਪ ਨੂੰ ਵਡੇਰੇ ਲੋਕ ਕਹਿੰਦੇ ਨੇ ਉਹਨਾਂ ਦੀ ਸੰਗਤ ਹੋਏਗੀ ਆਪੋ ਆਪਣੀ। ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਇੱਥੇ, ਪਰ ਅਨਮਤਾਂ ਦੀ ਆਪਣੀ ਸੰਗਤ ਹੋਏਗੀ ਨਾ। ਉਹਨਾਂ ਦੀ ਆਪਣੀ ਸੰਗਤ ਹੋਏਗੀ, ਉਹਦੀ ਆਪਣੀ ਸੰਗਤ ਹੋਏਗੀ। ਪਰ ਅਸੀਂ ਕਿੱਥੇ ਜਾਣਾ ਹੈ? ਅਸਾਂ ਪਹਿਲੀ ਪਹਿਚਾਨ ਕਰਨੀ ਗੁਰੂ ਕੀ ਸੰਗਤ ਵਿੱਚ ਜਾਣਾ। ਅਤੇ ਗੁਰੂ ਸੰਗਤ ਵਿੱਚ ਪਹੁੰਚ ਕੇ ਫਿਰ ਅਸੀਂ ਇਹ ਉਤਲੇ ਪੜਾਵ ਹੌਲੀ ਹੌਲੀ ਪ੍ਰਾਪਤ ਕਰਨੇ ਨੇ। ਜਿੱਥੇ ਰਾਮ ਹਿਰਦੇ 'ਚ ਆ ਜਾਂਦਾ ਸੀ ਉਸ ਮੁਕਾਮ 'ਤੇ ਜਾਣਾ। ਉਹ ਗੁਰਸਿੱਖ ਧੰਨ ਨੇ, ਉਹਨਾਂ ਨੂੰ ਧੰਨਤਾ ਯੋਗ ਕਹੀਏ। ਜੋ ਸਤਿਗੁਰ ਚਰਣੀ ਜਾਏ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਣੀ ਜਾਏ ਪਿਆ। ਆਪਣੇ ਘਰ ਪਰਿਵਾਰ ਦੇ ਕਾਰਜਾਂ ਵਿਹਾਰਾਂ 'ਚ ਰਹਿੰਦਾ ਹੋਇਆ ਵੀ ਆਪਣੀ ਸੁਰਤ ਕਰਕੇ, ਆਪਣੀ ਚੇਤਨਾ ਕਰਕੇ, ਆਪਣੇ ਸਤਿਗੁਰ ਦੇ ਚਰਨਾਂ ਨਾਲ ਜੁੜਿਆ ਟਿਕਿਆ ਰਹਿੰਦਾ ਹੈ। ਜਿਹੜਾ ਇਸ ਭਾਵ 'ਚ ਰਹਿੰਦਾ, ਸਤਿਗੁਰੂ ਜੀ ਤੁਸੀਂ ਤੇ ਸਦਾ ਹੰਗ ਸੰਗ ਹੋ। ਜਿਹੜਾ ਕਹਿੰਦਾ ਰਹਿੰਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਦੋਂ ਟਿਕ ਜਾਂਦਾ ਫਿਰ ਕੀ ਮਿਲਦਾ ਜਿਸ ਨੂੰ? ਮਹਾਰਾਜ ਕੀ ਲੱਗੇ ਕਿ ਚਲੀਏ ਧੰਨ ਧੰਨ ਸੋ ਗੁਰਸਿੱਖ ਕਹੀਏ। ਕਹਿਣ ਲੱਗੇ ਉਹ ਗੁਰਸਿੱਖ ਧੰਨ ਨੇ
ਜਿਹੜੇ ਸਤਿਗੁਰ ਦੀ ਚਰਣੀ ਆ ਗਏ। ਜੇ ਚਲੋ ਆਪਾਂ ਵਕਤ ਮੁਤਾਬਕ ਦਰਸ਼ਨ ਹੀ ਕਰਨੇ ਹੋਣ ਨਾ, ਵਕਤ ਮੁਤਾਬਕ, ਜਿਵੇਂ ਕੱਲ੍ਹ ਆਪਾਂ ਮਾਘੀ ਦਾ ਦਿਨ ਮਨਾ ਰਹੇ ਸਾਂ ਅਤੇ ਕੁਝ ਗੁਰਸਿੱਖਾਂ ਨੂੰ ਧੰਨ ਕਹਿ ਰਹੇ ਸਨ ਨਾ, ਸਮੇਂ ਦੀ ਗਰਦਿਸ਼ ਦੇ ਨਾਲ ਉਹਨਾਂ ਦੇ ਮਨ ਦੇ ਖਿਆਲ ਬਦਲੇ ਹੋਣਗੇ, ਸਮੇਂ ਦੀ ਥਪੇੜਿਆਂ ਦੇ ਨਾਲ ਗੁਰੂ ਤੋਂ ਦੂਰ ਹੋਏ ਹੋਣਗੇ। ਪਰ ਜਦੋਂ ਥੋੜ੍ਹਾ ਜਿਹਾ ਸਮੇਂ ਦਾ ਗਰਦਿਸ਼ ਬਦਲੀ ਅਤੇ ਗੁਰੂ ਚਰਨਾਂ 'ਚ ਪਹੁੰਚ ਗਏ। ਅਸੀਂ ਮੰਨਦੇ ਨਾ, ਉਹ ਜਿਨ੍ਹਾਂ ਨੂੰ 40 ਮੁਕਤੇ ਕਹੀਏ, ਉਹ ਸਾਰੇ ਧਨੰਤਾ ਯੋਗ ਹੋ ਗਏ ਨਾ। ਅੱਜ ਅਸੀਂ ਉਹਨਾਂ ਦਾ ਨਾਮ ਲੈਂਦੇ ਹਾਂ, ਜਾਪ ਕਰਦੇ ਹਾਂ, ਉਹਨਾਂ ਦੇ ਨਾਵਾਂ 'ਤੇ ਸਮਾਗਮ ਹੁੰਦੇ ਨੇ, ਸਤਸੰਗਤਾਂ 'ਚ ਉਹਨਾਂ ਦੇ ਨਾਵਾਂ ਦੇ ਸੋਹਲੇ ਪੜ੍ਹੇ ਜਾਂਦੇ ਨੇ, ਕਿਉਂਕਿ ਆਪਣੇ ਗੁਰੂ ਦੀ ਚਰਨਾਂ 'ਚ ਪਹੁੰਚ ਗਏ ਨੇ। ਹੁਣ ਉਹਨਾਂ ਕੀ ਕੀਤਾ? ਧੰਨ ਧੰਨ ਸੋ ਗੁਰਸਿੱਖ ਕਹੀਏ, ਜਿਨ ਹਰ ਨਾਮਾ ਮੁਖ ਰਾਮ ਕਿਹਾ। ਮਹਾਰਾਜ ਤੇ ਕਹਿਣ ਲੱਗੇ ਨੇ, ਉਹ ਗੁਰਸਿੱਖ ਵੀ ਧੰਨ ਕਹਿ ਦਿਓ ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿੰਦਾ। ਜਿਹੜਾ ਰਾਮ ਕਹਿੰਦਾ ਨਾ, ਉਹ ਵੀ ਧੰਨ ਹੈ। ਬੜੇ ਪੁਰਾਣੀਆਂ ਗਾਥਾਵਾਂ 'ਚੋਂ ਹੈ ਅਤੇ ਦਾਰਸ਼ਨਿਕ ਗਾਥਾ ਹੀ। ਲੋਕ ਇਸ ਨੂੰ ਕਿਸੇ ਹੋਰ ਦਰਸ਼ਨਾਂ 'ਚ ਵੀ ਪੜ੍ਹਦੇ ਨੇ, ਪਰ ਅਸੀਂ ਭਗਤੀ ਖੇਤਰ 'ਚ ਗਾਥਾ ਪੜ੍ਹੀ ਹੈ। ਨਾਰਦ ਆਪਣੇ ਰੂਪ ਦੇ ਵਿੱਚ ਆਪਣੇ ਭਗਵਾਨ ਨੂੰ ਮਿਲਣ ਜਾਂਦੇ ਨੇ। ਇਹ ਮਨੋਵਿਗਿਆਨਕ ਗਾਥਾਵਾਂ ਹੁੰਦੀਆਂ ਨੇ, ਜਿਹੜੀਆਂ ਅਸੀਂ ਮਨ ਸਮਝਾਵਣ ਕਾਰਨ ਕਛੂ ਕਪੜੀ ਗਿਆਨ ਦੇ ਸਹਾਰੇ ਨਾਲ ਪੜ੍ਹਦੇ ਹਾਂ, ਜਿਨ੍ਹਾਂ ਨਾਲ ਕੁਝ ਗੱਲਾਂ ਸਪਸ਼ਟ ਹੁੰਦੀਆਂ ਨੇ। ਇਹ ਗਏ ਨੇ, ਹਮੇਸ਼ਾ ਜਾਂਦੇ ਨੇ, ਆਪਣੇ ਮੌਜ ਤੂੰਬਾ ਵਜਾਉਂਦੇ, ਆਪਣੇ ਪ੍ਰਭੂ ਦੇ ਪਿਆਰ 'ਚ ਜਾਂਦੇ। ਅੱਜ ਵੀ ਗਏ ਨੇ, ਆਪਣੇ ਪ੍ਰਭੂ ਦੇ ਪਿਆਰ 'ਚ ਦਰਸ਼ਨ ਪ੍ਰਸ਼ਨ ਕੀਤੇ, ਪਰ ਪ੍ਰਭੂ ਨੇ ਕੋਈ ਹਾਲ ਚਾਲ ਨਹੀਂ ਪੁੱਛਿਆ। ਚੁੱਪਚਾਪ ਬੈਠੇ ਰਹੇ। ਮਾੜਾ ਮੋਟਾ ਰਸਮੇ ਪੁੱਛਿਆ, ਠੀਕ ਆ ਗਏ ਹੈ, ਠੀਕ ਹੈ, ਪਰ ਆ ਗਏ ਹਾਂ ਅਤੇ ਇਹ ਦੱਸ ਫਲਾਣੇ ਥਾਂ 'ਤੇ ਇੱਕ ਭਲਾ ਪੁਰਖ ਰਹਿੰਦਾ, ਉਹਦਾ ਕੀ ਹਾਲ ਹੈ? ਇੱਕ ਬੰਦੇ ਦਾ ਹਾਲ ਚਾਲ ਉਚੇਚਾ ਨਾਂ ਲੈ ਕੇ ਪੁੱਛ ਰਹੇ ਨੇ। ਨਾਰਦ ਦੇ ਮਨ 'ਚ ਥੋੜ੍ਹਾ ਰੋਸ ਜਿਹਾ ਲੱਗ ਪਿਆ ਵੀ ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਮੈਂ ਰਸਤੇ ਦੇ ਖਲ ਜਗੜਨ ਚੱਲੇ, ਪਰੇਸ਼ਾਨੀਆਂ ਚੱਲੀਆਂ, ਮੈਨੂੰ ਨਹੀਂ ਪੁੱਛਿਆ ਵੀ ਤੇਰਾ ਕੀ ਹਾਲ ਹੈ, ਤੂੰ ਰੋਟੀ ਪਾਣੀ ਖਾਧਾ ਕਿ ਨਹੀਂ, ਤੂੰ ਭੁੱਖਾ ਰਿਹਾ ਕਿ ਨਹੀਂ। ਉਹ ਬੰਦੇ ਦੇ ਬਾਰੇ ਪੁੱਛਦੇ ਨੇ, ਉਹਦੇ ਬਾਰੇ ਪੁੱਛੀ ਜਾਂਦੇ ਦਾ ਕੀ ਹਾਲ ਹੈ, ਬਾਲ ਬੱਚੇ ਠੀਕ ਨੇ, ਉਹਦਾ ਕਾਰ ਵਿਹਾਰ ਠੀਕ ਹੈ, ਤੰਦਰੁਸਤ ਹੈ। ਅਤੇ ਧਿਆਨ ਲਾ ਕੇ ਨਾਰਦ ਨੇ ਦੇਖਿਆ ਵੀ ਉਹ ਤਾਂ ਬੰਦਾ ਹੀ ਆਮ ਜਿਹਾ ਹੈ, ਉਹਦੇ ਬਾਰੇ ਕਿਉਂ ਪੁੱਛਦਾ ਹੈ? ਆਖਰ ਰੋਸਕਾਰੀ ਲੈ ਕੇ ਨਾ, ਭਗਵਾਨ ਜੀ ਮੇਰੇ ਬਾਰੇ ਨਹੀਂ ਪੁੱਛਿਆ, ਮੈਂ ਇੰਨੀ ਦੂਰੋਂ ਤੁਰ ਕੇ ਆਇਆ। ਉਹ ਜਿਸ ਦੇ ਬਾਰੇ ਪੁੱਛਦੇ ਹੋ, ਉਹ ਤਾਂ ਸਾਰਾ ਦਿਨ ਮਿੱਟੀ ਪੁੱਟਦਾ ਰਹਿੰਦਾ, ਆਪਣੇ ਘਰ ਟੱਬਰ ਦੇ ਟੋਰ 'ਤੇ ਘਰ ਦੇ ਨਿਆਣੇ ਪਾਲਦਾ ਰਹਿੰਦਾ, ਰਾਤ ਖਾ ਪੀ ਕੇ ਸੁੱਤਾ ਰਹਿੰਦਾ, ਦਿਨ ਸਾਰਾ ਦਿਨ ਕੰਮ ਕਰਦਾ ਹੈ। ਕਦੇ ਮੈਂ ਤਾਂ ਵੇਖਿਆ ਨਹੀਂ ਉਹਨੂੰ ਟੱਲੀ ਖੜਕਾਉਂਦਿਆਂ, ਮੈਂ ਤਾਂ ਮੰਦਰੇ ਜਾਂਦਿਆਂ ਵੀ ਨਹੀਂ ਉਹਨੂੰ ਵੇਖਿਆ, ਮੈਂ ਤਾਂ ਕਦੇ ਪੂਜਾ ਪਾਠ ਕਰਦਾ ਵੀ ਨਹੀਂ ਦੇਖਿਆ, ਅਤੇ ਤੁਸੀਂ ਉਹਦੇ ਬਾਰੇ ਪੁੱਛੀ ਜਾਂਦੇ ਹੋ। ਹੱਸ ਪਏ, ਕਹਿਣ ਲੱਗੇ ਕੋਈ ਗੱਲ ਨਹੀਂ, ਦੱਸਾਂਗੇ ਕਿਉਂ ਪੁੱਛਦੇ ਆ, ਪਰ ਦੱਸ ਕਰਦਾ ਕੀ ਹੈ? ਕਹਿਣ ਲੱਗੇ ਕਰਨਾ ਕਿ ਦਿਨ ਚੜ੍ਹਦਾ ਅਤੇ ਸਾਰਾ ਦਿਨ ਆਪਣੇ ਕਾਰ ਵਿਹਾਰ, ਕਦੇ ਮਿੱਟੀ ਪੁੱਟਣ ਤੁਰ ਪੈਂਦਾ, ਜਿਹਨੂੰ ਆਪਾਂ ਖੇਤੀਬਾੜੀ ਕਹਿੰਦੇ ਹਾਂ, ਉੱਥੋਂ ਜੋ ਦਾਣੇ ਦੂਣੇ ਮਿਲਦੇ ਨੇ, ਕਦੇ ਬਾਜ਼ਾਰ ਵੇਚਣ ਤੁਰ ਪੈਂਦਾ ਹੀ, ਉੱਥੋਂ ਘਰ ਦਾ ਸਮਾਨ ਦਾਣਾ ਫੱਕਾ ਲੈ ਆਉਂਦਾ, ਘਰ ਦੇ ਨਿਆਣੇ ਪਾਲਦਾ। ਇਹ ਤੋਂ ਗਾਂਹ ਤੇ ਕੰਮ ਹੀ ਕੋਈ ਨਹੀਂ ਕਰਦਾ, ਨਾ ਪੜ੍ਹਿਆ ਲਿਖਿਆ, ਨਾ ਜਾਣਕਾਰੀ, ਉਹਨੂੰ ਕੁਛ ਨਹੀਂ ਕਰਦਾ। ਉਹ ਕਦੇ ਮੰਦਰੇ ਨਹੀਂ ਜਾਂਦਾ, ਕਦੇ ਕਿਤੇ ਆਰਤੀ ਭਗਤੀ 'ਚ ਨਹੀਂ ਜਾਂਦਾ। ਕਹਿੰਦੇ ਕੁਛ ਤਾਂ ਕਰਦਾ ਹੋਣਾ ਨਾ। ਕਹਿਣ ਲੱਗੇ ਲੈ, ਇੱਕ ਵਾਰੀ ਸਵੇਰੇ ਰਾਮ ਕਹਿੰਦਾ, ਇੱਕ ਵਾਰੀ ਸ਼ਾਮੀ, ਕਦੇ ਪੈਣ ਲੱਗਿਆ ਕਿਹਾ ਅਤੇ ਕਿਹਾ ਨਹੀਂ ਅਤੇ ਕੋਈ ਗੱਲ ਨਹੀਂ। ਭਗਵਾਨ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਮੇਰਾ ਇੱਕ ਕੰਮ ਹੈ, ਫਿਰ ਆਪਾਂ ਗੱਲਬਾਤ ਕਰਾਂਗੇ। ਸੁਣਿਆ ਸਾਖੀ 'ਚ ਭਗਵਾਨ ਜੀ ਨੇ ਇੱਕ ਕਟੋਰਾ ਭਰ ਕੇ ਤੇਲ ਦਾ ਦਿੱਤਾ। ਕਹਿਣ ਲੱਗੇ ਨਾਰਦ ਧਰਤੀ ਦਾ ਗੇੜਾ ਕੱਟ ਕੇ ਆ, ਇਹ ਪਰਿਕਰਮਾ ਕਰਕੇ ਆ, ਪਰ ਧਿਆਨ ਰੱਖੀ ਇੱਕ ਤੁਪਕਾ ਵੀ ਡੁੱਲੇ ਨਾ। ਹੁਣ ਨਾਰਦ ਜੀ ਹੁਣੇ ਕਟੋਰਾ ਭਰਿਆ ਤੇਲ ਦਾ ਲੈ ਗਏ, ਬੜੇ ਸਹੇਜ ਕੇ, ਹਿੰਮਤ ਨਾ, ਮਿਹਨਤ ਨਾ ਵਾਪਸ ਆਏ। ਕਟੋਰਾ ਤੇਲ ਦਾ ਤੇ ਸਾਂਭ ਲਿਆਂਦਾ, ਰੱਖ ਦਿੱਤਾ। ਦੇਖੋ ਜੀ ਠੀਕ ਠਾਕ ਹੈ, ਠੀਕ ਹੈ। ਹਾਲ ਚਾਲ ਪੁੱਛਿਆ, ਨਾਰਦ ਕੀ ਹਾਲ ਹੈ ਤੇਰਾ, ਸੁੱਖ ਸਾਂਦ ਹੈ? ਹਾਂਜੀ ਸੁੱਖ ਹੈ। ਅੱਛਾ ਫਿਰ ਹੁਣ ਕਿੰਨਾ ਕੁ ਵਾਹਵਾ ਕੀਰਤਨ ਕੀਤਾ ਹੋਣਾ, ਵਾਹਵਾ ਮੰਦਰਾਂ 'ਚ ਜਾ ਕੇ ਆਰਤੀ ਟੱਲੀਆਂ ਖੜਕੀਆਂ ਹੋਣੀਆਂ। ਕਹਿਣ ਲੱਗਾ ਭਗਵਾਨ ਆਰਤੀਆਂ ਟੱਲੀਆਂ ਕਿੱਥੇ, ਆਹ ਕਟੋਰਾ ਹੀ ਸਾਂਭਦਿਆਂ ਸਮਾਂ ਨਹੀਂ ਮਿਲਿਆ। ਆਹ ਦਰ ਸੀ ਕਿਤੇ, ਤੁਸਾਂ ਕਿਹਾ ਸੀ ਇੱਕ ਤੁਪਕਾ ਵੀ ਨਾ ਡੁੱਲੇ, ਤੇ ਨੱਕੋ ਨੱਕ 'ਤੇ ਭਰਿਆ ਪਿਆ, ਇਹਨੂੰ ਸਾਂਭਣਾ ਹੀ ਮੇਰੇ ਤੋਂ। ਤਾਂ ਇੰਨੇ ਦਿਨ ਕੀਰਤਨ ਵੀ ਨਹੀਂ, ਤੂੰਬਾ ਵੀ ਨਹੀਂ ਵੱਜਿਆ, ਵੀ ਦੋਨਾਂ ਹੱਥਾਂ ਨਾਲ ਤੇ ਸਾਂਭੀ ਫਿਰਦਾ, ਤੂੰਬਾ ਨਹੀਂ ਵੱਜਿਆ। ਮੈਂ ਤੇ ਬਸ ਕਿਤੇ ਕਿਤੇ ਤਰਨਾ ਜ਼ੁਬਾਨੀ ਜਿੰਨਾ ਰਾਹ ਯਾਦ ਉਹ ਲਾ ਲੈਂਦੇ, ਪਰ ਭਾਈ ਕੀਰਤਨ ਨਹੀਂ ਜੋ ਪਾਇਆ ਇੰਨੇ ਦਿਨ, ਕੋਈ ਸਤਸੰਗਤ ਦਾ ਮਾਹੌਲ ਨਹੀਂ ਬਣਿਆ। ਭਗਵਾਨ ਸੀ ਕਹਿਣ ਲੱਗੇ ਅੱਛਾ ਬਸ ਆ ਤੈਨੂੰ ਤਾਂ ਇੱਕ ਤੇਲ ਦਾ ਕਟੋਰਾ ਦਿੱਤਾ ਸੀ,
ਜਿਹਦੇ ਬਾਰੇ ਸੁਣ ਕੇ ਤੂੰ ਪਰੇਸ਼ਾਨ ਜਿਹਾ ਹੋਇਆ ਉਹ ਤੇਰੇ ਵਰਗੇ ਪਤਾ ਨਹੀਂ ਕਿਤਨੇ ਕਟੋਰੇ ਸਾਂਭੀ ਫਿਰਦਾ ਈ। ਕਹਿਣ ਲੱਗਾ ਜੀ ਕਟੋਰੇ ਕਿਹੜੇ ਸਾਂਭਦਾ? ਕਹਿਣ ਲੱਗਾ ਤੇਰੇ ਵਰਗੇ ਕਿਤਨੇ ਜੀ ਅਭਿਆਗਤ ਉਹਦੇ ਘਰ ਜਾਂਦੇ ਨੇ, ਟੱਬਰ ਦੇ ਜੀ ਨਿਆਣੇ ਪਲਦੇ ਨੇ, ਆਂਢੀ ਗੁਆਂਢੀਆਂ ਤੱਕ ਦੁੱਖਾਂ ਸੁੱਖਾਂ 'ਚ ਭਾਈਵਾਲ ਬਣਦਾ ਹੈ। ਤੇਰੇ ਵਰਗੇ ਅਭਿਆਗਤ ਮੰਦਰਾਂ ਵਾਲੇ ਆ ਸੰਗਤਾਂ ਵਾਲੇ ਉਹਨਾਂ ਤੋਂ ਦਾਨ ਲੈ ਕੇ ਆਪਣੇ ਘਰ ਭਰਦੇ ਹੋ, ਆਪਣੇ ਸਾਰਿਆਂ ਦੇ ਭਰਦਾ ਏ, ਸਾਰਿਆਂ ਦੇ ਉਹ ਕਰਦਾ ਏ। ਫਿਰ ਵੀ ਕਮ ਸੇ ਕਮ ਸਵੇਰੇ ਆਪਣੇ ਕੰਮ 'ਤੇ ਜਾਣ ਲੱਗਾ ਇੱਕ ਵਾਰ ਪ੍ਰਭੂ ਭਗਵਾਨ ਤੇਰਾ ਸ਼ੁਕਰ ਹੈ ਕਰ ਜਾਂਦਾ ਨਾ, ਅਤੇ ਜਦੋਂ ਕੰਮ ਤੋਂ ਆ ਕੇ ਥੱਕਾ ਟੁੱਟਾ ਸੌਣ ਪੈਣ ਲੱਗਦਾ ਫਿਰ ਵੀ ਕਹਿੰਦਾ ਭਗਵਾਨ ਤੇਰਾ ਸ਼ੁਕਰ ਹੈ ਕਰਦਾ ਹੈ ਨਾ? ਕਹਿਣ ਲੱਗਾ ਹਾਂ ਇੰਨਾ ਕੁ ਤੇ ਕਰਦਾ ਹੈ। ਕਹਿਣ ਲੱਗੇ ਫਿਰ ਹੁਣ ਤੂੰ ਦੱਸ ਤੂੰ ਕੀ ਕਰ ਪਾਇਆ? ਇਹ ਸਾਰੇ ਤੇਰੇ ਵਿਹਲੇ ਲੋਕਾਂ ਦੇ ਕੰਮ ਨੇ, ਕਿਰਤੀ ਵਾਸਤੇ। ਤਾਈਓ ਗੁਰੂ ਨਾਨਕ ਨੇ ਸਾਨੂੰ ਕਿਰਤੀ ਨੂੰ ਕੀ ਕਿਹਾ ਹੈ? ਤੂੰ ਆਪਣੇ ਕਿਰਤ 'ਤੇ ਜਾਣ ਤੋਂ ਪਹਿਲਾਂ ਸੰਗਤ ਵਿੱਚ ਆਈ, ਕਿਰਤ ਤੋਂ ਬਾਅਦ ਚ ਆਈ, ਵਿਚਕਾਰ ਭੱਜ ਕੇ ਕਿਰਤਾਂ ਛੱਡ ਕੇ ਮਤ ਜਾਈ। ਇਸ ਭੁਲੇਖੇ 'ਚ ਨਾ ਰਹੀ ਕਿ ਮੈਂ ਹੱਟੀ ਪੱਟੀ ਬੰਦ ਕਰਕੇ ਜਾ ਕੇ ਉੱਥੇ ਕਰਾਂਗਾ ਤੇ ਮੇਰਾ ਮਿਲੇਗਾ। ਨਹੀਂ, ਤੂੰ ਕਿਰਤ ਕਰੀ ਜਾ ਤੇ ਵਾਹਿਗੁਰੂ ਵਾਹਿਗੁਰੂ ਜਪੀ ਜਾ, ਕਿਰਤ ਕਰ ਤੇ ਨਾਮ ਜਪ। ਜ਼ਰੂਰਤ ਹੈ ਕਿ ਤੇਰੇ ਚਿੱਤ ਵਿੱਚ ਕੀ ਤੇਰੇ ਗੁਰੂ ਕੇ ਚਰਨ ਵਸਦੇ ਨੇ। ਅਸੀਂ ਬਚਨ ਉਹ ਭਾਵੇਂ ਚਾਂਦ ਜੀ ਦਾ ਹੀ ਹੈ। ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਨਮੁਖ ਉਹਨਾਂ ਨੇ ਆਸੀਸ ਲੈ ਕੇ ਉਚਾਰਨ ਕੀਤਾ ਹੈ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ। ਇਹ ਸਾਡੇ ਵਾਸਤੇ ਆਦਰਸ਼ ਹੈ। ਗੁਰੂ ਕੇ ਪਿਆਰੇ ਗੁਰਸਿੱਖ ਨੇ ਹੀ ਗੁਰੂ ਸਾਹਿਬ ਦੇ ਹਜ਼ੂਰ ਖਲੋ ਕੇ ਸਾਨੂੰ ਤੁਹਾਨੂੰ ਕਿਹਾ ਹੈ, ਭਾਈ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬੁਰਿਆਈਆਂ, ਸਾਡਾ ਮਨ ਵੀ ਸਰਦਾ ਭਜਦਾ ਨਾ ਕਿਤੇ ਨਾ ਕਿਤੇ ਨਿੰਦਾ ਚੁਗਲੀ ਵਾਸਤੇ, ਕਿਤੇ ਬੁਰੇ ਕਰਤਾ ਬੁਰੇ ਬੋਲਣ ਵਾਸਤੇ ਤੁਰ ਪੈਂਦਾ ਹੈ। ਜਰਾ ਕੋਈ ਜੀ ਵਾਧਾ ਘਾਟਾ ਕਰਦੇ ਸੀ ਕੌੜੇ ਕੱਬੇ ਬੋਲ ਪੈਂਦੇ ਆ, ਬੁਰਾਈ ਵੀ ਕਰ ਜਾਂਦੇ ਆ, ਜਵਾਬ ਦੇਣ ਵਾਸਤੇ ਵੀ ਉਹਦੇ ਪੱਧਰ 'ਤੇ ਨੀਵੇਂ ਡਿੱਗਣ ਨੂੰ ਵੀ ਪੈ ਜਾਂਦੇ ਆ। ਪਰ ਗੁਰ ਸ਼ਬਦੀ ਇਹ ਮਨ ਹੋੜੀ ਹੈ। ਉਸੇ ਵਕਤ ਜਦੋਂ ਕਿਤੇ ਮਨ ਮਾੜੇ ਪਰਸੇ ਤੁਰੇ, ਨਾ ਭਾਈ ਤੂੰ ਤੇ ਗੁਰੂ ਕਾ ਸਿੱਖ, ਤੈਨੂੰ ਨਹੀਂ ਸ਼ੁਭਦਾ। ਲੋਕ ਬੁਰਾ ਕਰਦੇ ਨੇ 100 ਵਾਰੀ ਕਰਨਾ, ਨਾ ਤੂੰ ਤੇ ਗੁਰੂ ਕਾ ਸਿੱਖ ਹੈ, ਤੈਨੂੰ ਇਹਨਾਂ ਮਾੜੇ ਥਾਵਾਂ 'ਤੇ ਨਹੀਂ ਸ਼ੁਭਦਾ। ਤੇਰੇ ਰਸਨਾ ਤੋਂ ਤੇਰੇ ਮੁੱਖੋਂ ਮਾੜੇ ਬੋਲਦਿਆਂ ਨਹੀਂ ਸ਼ੁਭਦਾ। ਨਾ ਭਾਈ ਇਹ ਨਹੀਂ ਬੋਲਣਾ। ਮਨ ਤੇ ਲੋਚੇਗਾ, ਮਨ ਤੇ ਕਹਿੰਦਾ ਮੈਂ ਵੀ ਜਵਾਬ ਦਿਆਂ, ਇਸੇ ਭਾਸ਼ਾ 'ਚ ਮੈਂ ਜਵਾਬ ਦੇ ਦੇਣਾ। ਮਨ ਤੇ ਕਹਿੰਦਾ ਮੈਂ ਵੀ ਕਰਕੇ ਦਿਖਾ ਦੇਣਾ। ਨਾ ਸਤਿਗੁਰ ਕਹਿਣ ਲੱਗੇ, ਵਡੇਰੇ ਕਹਿੰਦੇ ਨਾ ਭਾਈ ਗੁਰੂ ਦੇ ਸ਼ਬਦ ਦਾ ਗਿਆਨ ਕਾ ਬੱਧਾ ਮਨ ਰਹੇ। ਉਹ ਧਨ ਹੈ ਗੁਰਸਿੱਖ ਜੋ ਆਪਣੇ ਗੁਰੂ ਦੇ ਗਿਆਨ ਦੇ ਸਦਕੇ ਆਪਣੇ ਮਨ ਨੂੰ ਬੰਨ੍ਹ ਕੇ ਰੱਖਦਾ ਹੈ ਅਤੇ ਪ੍ਰੇਮ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦਾ ਹੈ। ਕਿਤੇ ਅਸੀਂ ਐਸਾ ਕਰ ਸਕੀਏ, ਸਾਨੂੰ ਕੋਈ ਮੰਨ ਲਓ ਮੰਦਾ ਬੋਲਦਾ ਹੈ, ਟਾਰਚਰ ਕਰਦਾ ਹੈ, ਕਮੈਂਟਸ ਪਾਸ ਕਰਦਾ ਹੈ, ਅਤੇ ਅਸੀਂ ਕੀ ਇਸ 'ਚ ਪਾਤਸ਼ਾਹ ਕੋਈ ਨਹੀਂ ਤੇਰਾ ਖੇਲ ਹੈ, ਕਿ ਅਸੀਂ ਐਸਾ ਸੰਭਵ ਹੋ ਸਕਿਆ ਵੀ ਕਿਤੇ ਘਰ ਪਰਿਵਾਰ 'ਚ ਟੈਨਸ਼ਨ ਬਣੀ ਹੋਵੇ ਤਾਂ ਅਸੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਈਏ। ਬਸ ਜੇ ਕਿਤੇ ਉਹਨਾਂ ਸਮਿਆਂ 'ਤੇ ਜਦੋਂ ਘਰ ਪਰਿਵਾਰ ਸੰਸਾਰ ਦੇ ਵਿਵਹਾਰਿਕ ਕਾਰ ਵਿਹਾਰ 'ਚ ਕਿਤੇ ਟੈਨਸ਼ਨਸ ਆਉਂਦੀਆਂ ਨੇ, ਤਣਾਅ ਆਉਂਦਾ ਹੈ, ਅਸੀਂ ਉਦੋਂ ਆਪਣੇ ਆਪ ਨੂੰ ਪੜ੍ਹੀਏ ਕੀ ਕਰਦੇ ਆ ਕਿ ਅਸੀਂ ਵੀ ਛੇਥੇ ਪੈ ਕੇ ਬੋਲਦੇ ਹਾਂ। ਨਾ ਯਤਨ ਕਰਿਆ ਕਰੀਏ, ਜੇ ਹੋਰ ਕੁਛ ਨਾ ਹੋਵੇ ਨਾ ਉਹਨਾਂ ਚਿਰ ਚੁੱਪ ਕਰ ਜਾਓ। ਜਦੋਂ ਆਲੇ ਦੁਆਲੇ ਦਾ ਮਾਹੌਲ ਇੱਕ ਟਾਈਟ ਜਿਹਾ ਹੋ ਗਿਆ, ਇੱਕ ਮਾਹੌਲ ਅਣਸੁਖਾਵਾਂ ਜਿਹਾ ਬਣ ਗਿਆ ਹੈ, ਅਤੇ ਆਪਣੇ ਆਪ ਨੂੰ ਉਦੋਂ ਬਿਲਕੁਲ ਸ਼ਾਂਤ ਚੁੱਪ ਕਰਾ ਦਿਓ। ਆ ਭਾਰਤੀ ਦਰਸ਼ਨ 'ਚ ਲੋਕ ਮਿਥਿਹਾਸ ਕਹਿੰਦੇ ਨਾ, ਕਦੇ ਕਦੇ ਆਪਾਂ ਸੁਣ ਮਿਥਿਹਾਸ, ਠੀਕ ਹੈ ਹੋਵੇਗਾ ਮਿੱਥੇ ਇਸ ਕਰਕੇ ਵੀ ਉਹਦੀ ਤਾਰੀਖ ਨਹੀਂ ਹੈ। ਉਹਦੇ ਵਿੱਚ ਇੱਕ ਅਵਤਾਰੀ ਮੰਡਲ ਦਾ ਜ਼ਿਕਰ ਹੈ, ਕਛੂਆ। ਭਾਰਤੀ ਦਰਸ਼ਨ ਵਿੱਚ ਅਵਤਾਰੀ ਮੰਡਲ ਨੂੰ ਕੱਛ ਅਵਤਾਰ ਕਹਿੰਦੇ ਨੇ। ਪਤਾ ਲੋਕ ਨੂੰ ਅਵਤਾਰ ਕਿਉਂ ਕਹਿੰਦੇ ਨੇ? ਸਾਖੀਕਾਰਾਂ ਤੇ ਸਿਰਫ ਦਾ ਇੱਕ ਹੀ ਸਰੂਪ ਦਿੱਤਾ ਨਾ ਕਿ ਉਹਦੀ ਪਿੱਠ 'ਤੇ ਕਦੇ ਧਰਤੀ ਦਾ ਭਾਰ ਰਿਹਾ। ਪਰ ਮੈਨੂੰ ਦੂਸਰਾ ਪੱਖ ਉਹਦਾ ਚੰਗਾ ਲੱਗਦਾ ਹੈ। ਜਦੋਂ ਆਲੇ ਦੁਆਲੇ ਖਤਰਾ ਮਹਿਸੂਸ ਹੁੰਦਾ ਹੈ, ਉਹ ਆਪਣੇ ਆਪ ਨੂੰ ਆਪਣੇ ਕਬਰ ਅੰਦਰ ਕਰ ਲੈਂਦਾ ਹੈ। ਨਤੀਜਨ ਉਹ ਸਭ ਤੋਂ ਲੰਮੀ ਉਮਰ ਹੰਡਾਉਂਦਾ ਹੈ। ਆ ਸਭ ਨੂੰ ਪਤਾ ਨਾ, ਕਛੂਆ ਸਭ ਤੋਂ ਲੰਮੀ ਉਮਰ ਹੰਡਾਉਂਦਾ ਹੈ। ਹੌਲੀ ਚੱਲਦਾ ਹੈ, ਭੱਜ ਨੱਠ ਨਹੀਂ ਕਰਦਾ। ਜਦੋਂ ਲੱਗਦਾ ਵੀ ਅਣਸੁਖਾਵਾਂ ਜਿਹਾ ਮਾਹੌਲ ਹੋ ਗਿਆ, ਕੋਈ ਗੱਲ ਨਹੀਂ, ਆਪਣੇ ਹੱਥ ਪੈਰ ਸਿਰ ਆਪਣੀ ਕਬਰ ਦੇ ਅੰਦਰ ਕਰ ਲੈਂਦਾ ਹੈ।
सानू लगे कि अणसुखावां जिहा माहौल है घर परिवार च, की करिए? साडा एक कवर होना चाहिए, सानू पता होना चाहिए मेरा कवच किहड़ा है, मेरा कवर कौन है, मैनू कवर कौन दे रहा है? तो पता मेरा गुरु मैनू कवर दे रहा है। मेरे गुरु का शब्द मेरे लिए कवच है। चौगिरद हमारे राम कार, ये चौगिरद है। तो फिर अपने आप को उस गिरद के अंदर लिया, रामकार के अंदर नहीं वडेरे जाप उस वक्त हो पारे, कोई गल नहीं। चित्त नूं बिरतियां नूं रोक दे, संसारी पद्धर ते समझना चाहिए। कुछ समय लिए चुप कर जा, अवॉइड कर दे उस जगह, दूर चले जाओ। नहीं दूर जा सकते, बिल्कुल चुप करके बह जाओ। कुछ समय बाद माहौल हौली 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 हल्का होने लग पेगा, थोड़े माहौल बदल जाएगा। फिर अपना कार विहार, अपना टारगेट मत बदल दिओ। किसी ने कुछ कहता, मंदा बोलता, असीं तो बड़ी छेती बेवर हो जाने, भटक जाने, सारे टोकन लग पे ने, मैं तो छड़ दिया ना। ना टोकी जाने दे, लोगों को पता होना चाहिए कि मेरा मार्ग ठीक है। पहला डिसाइड कर लो कि मार्ग ठीक है, कि मार्ग सही है, कि मैं जो कर रहा हाँ कि ठीक है। ये अपने पहला पता, आप ना पता लगे अपने किसी सियाणे तो पुछ लो, अपने गुरु नाल संबंधित अरदास कर लो, महाराज मैनू नहीं समझ, मार्गदर्शन दिओ। तो जिहड़ा उस वक्त भी राम कह दे, समझ लो वो धन है। किते घर परिवार के औखियां वेले जिस रसना तो वाहिगुरु उचारण हो जाए, वो भी धन है। धन धन सो गुरसिख कहिए, जिन हर नामा मुख राम कहा, जिहदी रसना तो वाहिगुरु वाहिगुरु निकलदा है, वो गुरसिख धन है। बाबा कबीर साहब तो कहते ने वो धन है जिहदी रसना तो राम किते सुते पिया भी निकल जाए। कबीर सुपने हूँ बरड़ाए कह, जे मुख निकसे राम, ताके पक्की पानी मेरे तन को चाम। बड़ा धन है वो। धन धन सो गुरसिख कहिए, फिर उन्होंने भी धन धन कहिए किनू? जिस हर नाम सुनिया मन आनंद पाया। किसी गुरसिख ने साडे संग नाल मुलाकात हुई, उन्हें परमेश्वर की गल की, साडे मन च खेड़ा आ गया। तो भाई वो गुरसिख भी धन है, जो है ना हर की कथा कहानियाँ गुरमीत सुनाइयाँ। बलिहारी गुर अपने, गुर कहो बल जाइया। अगर कोई साडे सतगुरु की गाथा सुनांदा है, अगर सानू कोई साडे सतगुरु की गल सुनांदा है, अगर कोई सानू बाणी पढ़ के सुनांदा है, तो भाई भी धन है। उन्हें पहचान धनता की की भी धन है। इस अवस्था ते पहुँचे कि तुम सुन के आनंद आता है। बाणी पढ़ते हैं, बाणी सुनते हैं, आनंद आउण लग पे। एक वचन है ना, जिथे किसी नूं मिल के अगर आनंद आवे तो समझ लो उत्थे तो गुरु वरत रहे ने। असीं ते मिले मनुख नूं, मिले तो किसी गुरसिख नूं, पर मिले तो आनंद आ गया। तो फिर की मनी इत्थे कौन वरत रहा है? कि लगे जिस मिलिया मन होए आनंद, सो सतगुरु कहिए। ये फिर बंदा नहीं है। इसे ते महाराज की बड़ी कृपा है, क्योंकि सतगुरु की कला भी तो गुरसिखा करके ही वरतदी है ना। क्योंकि गुरसिखा अंदर ही तो सतगुरु वरतते हैं। और जिस गुरसिख नूं मिल के सानू खेड़ा मिलता है, जिस गुरसिख नूं मिल के सानू आनंद आता है, जिस गुरसिख नूं मिल के साडे विकारां नूं ठल पैंदी है, समझ ली उस गुरसिख ते सतगुरु की कृपा वरत रही है। तो वही धन है ना। शायद इसे करके इसे मंडलों च असी अपने वडेरे गुरमुखां नूं धन कहने आ। अज भी लिखते ना, धन धन बाबा बुढ़ा साहब जी, धन धन बाबा दीप सिंह साहब जी, धन धन बाबा बिधि चंद जी, लिखते ना। पंजां प्यारिਆਂ ਨੂੰ धन धन भाई दया सिंह लिखते हैं। होर भी बड़े महात्मा ने जिन्हां दे नावां दे नाल धन धन शब्द वरतिया जांदा। पता कि इन्हां दा नाम लैके ही सानूं टिकाव मिलता है, सानूं आदर्श मिलता है, सानूं अगे राह मिलता है, सानूं तुरन दा बल मिलता है। कह लगे जिन्हां दे राही बाणी सुन के अगर मन आनंद आउण लग पए, तो वही धन गुरसिख ने जिहड़े गुरु की बाणी पढ़ के सानूं सुणांदे ने। शायद इसे करके इन्हां बारीक जिहियां गल्लां करके ही साडे विच बाणी पढ़न वालियां दा, बाणी सुनाउण वालियां दा सन्मान संगत ने कीता। अज भी आप जिस वडेरियां तो सुनते हैं ना, अब मर्यादा विच भी दर्ज है
कि भाई जदों घर खुशियां गमियां ते किते पाठ रखांदे हो महाराज की बाणी पढ़न वास्ते, तो जिहड़े बाणी पढ़न आउंदे ने ना यथा शक्ति उन्हां दा सन्मान करो। उत्थे ये पाबंदी नहीं भी तुसीं की करो भी उन्होंने घ्यो ही खवाओ, नहीं नहीं, यथा शक्ति तुसीं की कर सकते हो, तुहाडी समर्था कितनी है। उन्हां दी समर्था मत देखो कि वह साइकिल ते आया तो VCOD कार ते चलदे आ, नहीं नहीं, तुहाडी समर्था कितनी है, तुसीं कितने कोई समर्थ हो, तुसीं अपनी समर्था मुताबिक उन्हां दी सेवा करनी है, ना कि उन्हां दी समर्था देख के। तुसां देखना तुसीं की कर सकते हो, करिया करिए। बाणी पढ़न वाले का जितना मान करांगे ना, गुरु का मान उतना ही वध होएगा। जिवें असीं कहने आ कि गुरसिख गुरु के पुत्र ने, तो जे बच्चों का मान करांगे तो माता पिता आप ही खुश होणगे ना। भाई साहब एक बड़ा सियाणा वधिया सानूं नुकता दसदे हुंदे सी राजनीतिक मंडलों का, भी जे तुसां किसी बहुत वड्डे बंदे दे नाल मुलाकात करनी है तो तुहाडी कोई पहुँच उहदे तक नहीं बन पा रही, तो की करोगे? सब चुप रहना। कह लगे अगर संभव हो सके तो उहदे बच्चिਆਂ ਨਾਲ मित्रता कर लो, उहदे बच्चिਆਂ ਨੂੰ खुश कर दिओ। बच्चिਆਂ ਨੂੰ खुश करोगे ना तो बच्चे आपे ही जाके अपने घर तुहाडी गल चला देणगे। बच्चे आपे जाके तो अपने माता पिता दे कोल तुहाडी गल करनगे, ते जदों तुहाडी गल करनगे तो फिर वो आपे भी पुछणगे, एक दिन सद लिया ना भाई, पुछ लई की काम है। इंज भाई जे तुसीं संसारी पद्धर ते साडे बच्चिਆਂ ਨੂੰ कोई सेवा कर दिंदा है, मदद कर दिंदा है, तो असीं उसका एहसानमंद होंदे आ। तो की सतगुरु के सिख पुत्रां दे बच्चों की सेवा करोगे तो सतगुरु खुश नहीं होणगे। इसे संकल्प के तहत ही असां दे वडेरे सदा गुरसिੱਖੀ च एक दूजे का मान करते आ, क्योंकि सानू सब नूं इन्हां ते पता जो भी साडे सामने गुरसिੱਖ आ खड़ा है ना, ये गुरु का है। तो तां एक प्यारा बचन, जो दिसै गुरसिੱਖੜਾ ते निव निव लागों पाए जियो। वो धन है जिसते शब्द, जिसते राही शब्द सुनते आ ते जिसते सदके सुन के आनंद आता है। फिर कहन लगे धन धन सो गुरसिख कहीए। उन्होंने गुरसिखा भी धन कहीए। किन्हां नूं महाराज? जिन सतगुर सेवा कर हर नाम लिया। हुण वो होर उच्चा दर्जा, वो गुरसिखा नूं तो धन जरूर कहीए जिन्हां ने गुरु की सेवा की ते गुरु की सेवा दे सदके गुरु तो नामदान प्राप्त कर लिया। जी तो असीं भी नाम दे सदके ही रहे हैं, कोई दो राय नहीं ना, असीं भी नाम दे सदके जी रहे हैं। पर कुछ वो ने जिन्हां दे उत्ते सतगुरु दी विशेष किरपावां हो गई, जिन गुरु तुठे ते कहण लगे भाई ऐसा कुछ नहीं जो तेरे वास्ते आदेह होवे, तू मंग मूँह बोल की चाहिए है। जिवें असीं गाथा पढ़ते हैं, भाई मान सिंह साहब जी ने जख्मी हालात विच ने ते पातशाह दशमेश तुठे ने कि लगे महान सिंह मुखों बोल की चाहिए। याद रखना उदों गुरु खुश इन्ने होए ने, नाम दे घर भंडार खुले ने, मां सिंघा मंग की मंगदा है। हुण अगली गल धन तां गुरसिख ते है, गुरसिख की मंगदा है। गुरसिख जे ते सधारण हुंदा उहदे दर्जे अलग अलग हुंदे, तो शायद घर परिवार धीआं पुत्र मंगदा, राज संपत्ति धन मंगदा, पर यह धन धन है ना। कहन लगा नहीं महाराज सब कुछ तो तेरा है, तेरा दिता इन्ना कुछ है, गल ही कोई नहीं। हुण ते आनंद है, हुण फिर भी कुछ मंग। कहन लगे बस अगर है तो महाराज सरबत दा भला आ जो है ना, तेरे भाणे सरबत दा भला हो जाए। कहन लगे तेरे भाणे च आ गया, अगर तुहानूं चंगा लग रहा है तो महाराज जे तुठे हो तो कृपा कर दिओ। फिर कागज़ का टुकड़ा जिथे गलती दे नाल किसी लिख लिया, असी तेरे सिख नहीं, वो कागज़ का टुकड़ा पढ़ते, जिन्होंने असीं कहने बेदावा पढ़ते, असी टुट गए हाँ। वो कागज़ का टुकड़ा साडे ते तुहाडे विचकार आ रहा है, महाराज वो उड़ा दिओ, वो खत्म कर दिओ। तो सियाणे कहिंदे ने फिर महाराज खुश होए, कह लगे बस सिखा तू धन है जिसने अपने बारे नहीं, अपणियां दे बारे, अपने प्यारिਆਂ दे बारे, सारिਆਂ दे बारे सोचे है। तू लाज रख ली है, तू मेरी लाज रख ली है, तू सिੱਖੀ दी लाज रख ली है, तू धन है, तू धन है। तेरे आले दुआले तेरे संगी साथी सब मुक्त हो गए ने। याद रखना जदों असीं मोह तो लालच तो मुक्त हो जाने हाँ, असीं मुक्त प्राप्त करते हैं।
ਇਹ ਲਾਲਚ ਤੋਂ ਮੁਕਤ ਹੋ ਗਏ। ਨਿੱਜੀ ਲਾਲਚ ਨਹੀਂ ਰਹਿ ਗਿਆ, ਆਪਣੇ ਘਰ ਪਰਿਵਾਰ ਦੀਆਂ ਗੱਲਾਂ ਨਹੀਂ ਰਹਿ ਗਈਆਂ। ਤੇ ਗੱਲ ਕਾਹਦੀ ਕਰਦੇ ਨੇ? ਸਾਰਿਆਂ ਦੀ। ਮਹਾਰਾਜ ਸਾਰਿਆਂ ਨੂੰ, ਇਲਾਕੇ ਨੂੰ ਬਖਸ਼ ਦਿਓ। ਕਹਿਣ ਲੱਗੇ ਉਹ ਧਨ ਨੇ ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸੇਵਾ ਕਰਕੇ ਮਹਾਰਾਜ ਜੀ ਪਾਸੋਂ ਨਾਮ ਦੀ ਦਾਤ ਨੂੰ ਪ੍ਰਾਪਤ ਕੀਤਾ। ਸਾਨੂੰ ਦੱਸਿਆ ਗਿਆ ਹੈ ਕਿ ਨਾਮ ਕਾ ਦਾਤਾ ਸਤਿਗੁਰੂ ਹੈ। ਨਾਮ ਮਿਲਦੇ ਸਤਿਗੁਰੂ ਦੇ ਸਦਕੇ ਜੇ। ਅਸੀਂ ਸਾਰੇ ਕਹਿੰਦੇ ਨਾ ਭਾਈ ਕਨ੍ਹਈਆ ਧਨ ਹੈ, ਪਰ ਭਾਈ ਕਨ੍ਹਈਆ ਨੇ ਸੇਵਾ ਕੀਤੀ ਹੈ ਨਾ, ਤੇ ਸੇਵਾ ਕਰਕੇ ਹੀ ਨਾਮ ਦੀ ਦਾਤ ਮਿਲੀ ਹੈ। ਅਸੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਧਨ ਕਹਿੰਦੇ ਹਾਂ। ਧਨ ਹੈ ਨਾ, ਸੇਵਾ ਕੀਤੀ ਹੈ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ। ਨਾਮ ਦੀ ਦਾਤ ਕੋਈ ਵੱਖਰੀ ਨਹੀਂ ਕਿ ਕੋਈ ਸਮਾਨ ਦਿੱਤਾ ਤੇ ਨਾਮ ਨਹੀਂ। ਜਦੋਂ ਮਹਾਰਾਜ ਨੇ ਕੋਈ ਬਖਸ਼ਿਸ਼ ਦਿੱਤੀ ਹੈ, ਜਦੋਂ ਮਹਾਰਾਜ ਨੇ ਕੋਈ ਬਚਨ ਸਾਂਝਾ ਕਰ ਲਿਆ, ਜਿਵੇਂ ਬਾਬਾ ਜੀ ਨੂੰ ਕਹਿਤਾ ਵੀ ਤੈਥੋਂ ਓਲੇ ਨਾ ਹੋਸਾਂ, ਹੋਰ ਵੱਡਾ ਨਾਮ ਕੋ ਵੱਖਰਾ ਥੋੜ੍ਹਾ ਰਹਿ ਗਿਆ। ਤੈਥੋਂ ਓਲੇ ਨਹੀਂ, ਜਿੱਥੇ ਤੁਸੀਂ ਦੇਖੋਗੇ, ਜਦੋਂ ਵੀ ਤੁਸੀਂ ਧਿਆਨ ਧਰ ਕੇ ਦੇਖੋਗੇ, ਮੈਂ ਜਿੱਥੇ ਵੀ ਹੋਵਾਂਗਾ, ਜਿਸ ਰੂਪ 'ਚ ਵੀ ਹੋਵਾਂਗਾ, ਤੁਹਾਡੇ ਸਨਮੁਖ ਹੋਵਾਂਗਾ। ਇਸੇ ਕਰਕੇ ਦੇਖਿਆ, ਜਦੋਂ ਵੀ ਗੁਰਸਿੱਖਾਂ ਨੂੰ ਜ਼ਰੂਰਤ ਪਈ ਹੈ, ਉਦੋਂ ਬਾਬਾ ਬੁੱਢਾ ਨੂੰ ਕੋਲ ਗਏ। ਬਾਬਾ ਤੈਥੋਂ ਤੇ ਗੁਰੂ ਓਲੇ ਹੀ ਨਹੀਂ। ਆ ਇੱਕ ਸਾਡੇ 'ਚ ਇੱਕ ਪਰੰਪਰਾ ਹੈ, ਅੱਜ ਵੀ ਅਸੀਂ ਗਾਹੇ ਬਗਾਹੇ ਵੇਖਿਆ ਹੋਣਾ। ਜਿਵੇਂ ਹੁਣ ਪ੍ਰਕਾਸ਼ ਕਰਕੇ ਆਪਾਂ ਬੈਠੇ ਆ, ਸਭ ਨੂੰ ਪਤਾ ਹੈ ਕਿ ਇੱਥੇ ਮੱਥਾ ਟੇਕਣਾ ਪ੍ਰਕਾਸ਼ ਹੋਇਆ। ਕਈ ਵਾਰ ਆਪਣੇ ਘਰਾਂ 'ਚ ਵੇਖਿਆ ਹੋਣਾ ਸੀ, ਪਾਰਕਾਂ 'ਚ ਵੀ ਐਸਾ ਕਈ ਵਾਰ ਵੇਖੀਦਾ ਹੈ। ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਹੁੰਦਾ ਤੇ ਸੰਗਤ ਨੇ ਲਿਖਿਆ ਹੁੰਦਾ ਕਿ ਬੈਠ ਕੇ ਪਾਠ ਕਰਾਂਗੇ ਜਾਂ ਬੈਠ ਕੇ ਕੀਰਤਨ ਕਰਾਂਗੇ, ਪਰ ਸਮੇਂ ਦੀ ਪਰਿਸਥਿਤੀਆਂ ਦੇ ਮੁਤਾਬਕ, ਹਾਲਾਤਾਂ ਦੇ ਮੁਤਾਬਕ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਹੁੰਦਾ। ਪਰ ਫਿਰ ਵੀ ਵੇਖਿਆ ਹੋਣਾ, ਜਦੋਂ 1 2 ਚੀਜ਼ 4 6 10 ਜੀ ਬੈਠ ਕੇ ਪਾਠ ਕਰਨ ਲੱਗ ਪੈਂਦੇ ਨੇ, ਸਾਹਮਣੇ ਕੁਝ ਲੱਖ ਵਿਚਕਾਰ ਜਗ੍ਹਾ ਖਾਲੀ ਛੁੱਟ ਜਾਂਦੀ ਹੈ। ਹਾਲ ਕਿੰਨਾ ਵੱਡਾ ਹੋਵੇ, ਕਿੰਨੀ ਸੰਗਤ ਭਰੀ ਹੋਵੇ, ਵਿਚਕਾਰ ਥੋੜ੍ਹਾ ਜਿਹਾ ਗੈਪ ਛੁੱਟ ਜਾਂਦਾ ਹੈ। ਕਦੇ ਵੇਖਿਆ? ਅਸੀਂ ਕਿਉਂ ਨਹੀਂ ਬਿਲਕੁਲ ਲਾਈਨਾਂ ਲਾ ਕੇ ਕਦੇ ਨਹੀਂ ਬੈਠਦੇ ਨਾ, ਉੱਥੇ ਕੋਈ ਜਗ੍ਹਾ ਛੁੱਟ ਜਾਂਦੀ। ਆਪ ਨੂੰ ਪਤਾ ਹੈ ਇਹ ਪਰੰਪਰਾ ਸਾਡੇ 'ਚ ਕਿੱਥੋਂ ਪਈ, ਕਿਉਂਕਿ ਪਰੰਪਰਾ ਬੈਕਗਰਾਊਂਡ 'ਚ ਕੁਛ ਨਾ ਕੁਛ ਤਾਂ ਹੁੰਦਾ ਹੈ। ਜਦੋਂ ਗੁਰੂ ਅੰਗਦ ਦੇਵ ਜੀ ਮਾਈ ਵਿਰਾਈ ਦੇ ਘਰ ਸ਼ਾਂਤ ਬਿਰਤੀ 'ਚ ਬੈਠੇ ਨੇ, ਜੇ ਪ੍ਰਗਟ ਨਹੀਂ ਹੋਏ, ਸੰਗਤ ਵਿਆਕੁਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਤੇ ਆਪਣਾ ਸਰੀਰ ਚੋੜਾ ਤਿਆਗ ਦਿੱਤਾ ਹੈ, ਤੇ ਬਾਬਾ ਲਹਿਣਾ ਦੇ ਰੂਪ ਵਿੱਚ ਗੁਰੂ ਅੰਗਦ ਹੋ ਕੇ ਕਿਤੇ ਲੋਪ ਹੋ ਗਏ ਨੇ, ਪ੍ਰਗਟ ਨਹੀਂ ਹੋ ਰਹੇ। ਕਿੱਥੇ ਨੇ? ਸੱਜੇ ਖੱਬੇ ਇੱਧਰ ਉੱਧਰ ਸੰਗਤਾਂ ਲੱਭਦੀਆਂ, ਕਰਤਾਰਪੁਰ ਸਾਹਿਬ ਜਾਂਦੀਆਂ, ਉੱਥੇ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੁੰਦੇ। ਹੁਣ ਜਾਣ ਤੇ ਜਾਣ ਕਿੱਥੇ? ਹੁਣ ਵਡੇਰਾ ਕੋਈ ਮਿਲੇ, ਕਿਹਨੂੰ ਪੁੱਛਣ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕਿੱਥੇ ਹੋਣਗੇ? ਵੀ ਕਰਤਾਰਪੁਰ ਸਾਹਿਬ ਵੱਡੀ ਤੋਂ ਵੱਡੀ ਦੌੜ ਸੀ ਨਾ, ਤੇ ਕਰਤਾਰਪੁਰ ਸਾਹਿਬ ਵਾਲੇ ਤੇ ਕਹਿੰਦੇ ਭਾਈ ਫਲਾਣੇ ਫਲਾਣੇ ਦਿਨ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਸਤ ਜੋਤੀ ਜੋਤ ਸਮਾ ਗਏ ਸੀ, ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ, ਇੱਥੇ ਆਹ ਕੀਤਾ ਗਿਆ। ਉੱਥੋਂ ਦੇ ਸੇਵਾਦਾਰ ਤੇ ਉੱਥੋਂ ਦੀ ਕਹਾਣੀ ਸੁਣਾਉਂਦੇ ਨੇ। ਸੰਗਤ ਨੂੰ ਪਤਾ ਹੈ ਵੀ ਦੂਸਰੀ ਪਾਤਸ਼ਾਹੀ ਦੇ ਰੂਪ 'ਚ ਗੁਰੂ ਅੰਗਦ ਹੋ ਕੇ ਪ੍ਰਗਟ ਹੋਣਾ ਹੈ, ਪਰ ਗੁਰੂ ਅੰਗਦ ਕਿੱਥੇ ਨੇ? ਲੋਕ ਪੁੱਛਦੇ ਨੇ ਬਾਬਾ ਲਹਿਣਾ ਕਿੱਥੇ ਹੈ? ਬਾਬਾ ਲਹਿਣਾ ਵੀ ਨਹੀਂ ਲੱਭਦੇ। ਸੰਗਤਾਂ ਨੇ ਭੱਜ ਦੌੜ ਕਰਕੇ ਖਡੂਰ ਸਾਹਿਬ ਪਹੁੰਚ ਕੀਤੀ, ਮਾਤਾ ਖੀਵੀ ਜੀ ਦੇ ਕੋਲ ਪਹੁੰਚ ਕੀਤੀ। ਮਾਤਾ ਖੀਵੀ ਕਹਿੰਦੇ ਜੀ ਮੈਨੂੰ ਵੀ ਨਹੀਂ ਪਤਾ, ਜਦੋਂ ਦੇ ਮਹਾਰਾਜ ਦੇ ਕੌਤਕ ਵਰਤੇ ਨੇ ਉਦੋਂ ਦੇ ਕਿਤੇ ਗੁਪਤ ਨੇ, ਛੁਪਨ ਬੈਠੇ ਨੇ, ਸਾਨੂੰ ਪਰਿਵਾਰ ਦੇ ਜੀਆਂ ਨੂੰ ਵੀ ਨਹੀਂ ਪਤਾ ਉਹ ਕਿੱਥੇ ਨੇ। ਸਾਰੇ ਇਕੱਠੇ ਹੋ ਕੇ ਬਾਬੇ ਬੁੱਢੇ ਕੋਲ ਚਲੇ ਗਏ। ਬਾਬਾ ਤੈਨੂੰ ਪਤਾ ਹੋਣਾ, ਤੇਥੋਂ ਲੈ ਨਹੀਂ ਗਏ। ਬਾਬਾ ਬੁੱਢਾ, ਭਾਈ ਮਨ ਸੁਖ ਸਧਾਰਨ ਇਕੱਠੇ ਹੋ ਕੇ ਮਾਈ ਵਿਰਾਈ ਦੇ ਘਰ ਬਾਬਾ ਬੁੱਢਾ ਲੈ ਗਏ। ਮਾਈ ਵਿਰਾਈ ਨੂੰ ਪੁੱਛਿਆ, ਮਾਈ ਨੇ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਮਾਈ ਨੂੰ ਹੁਕਮ ਨਹੀਂ ਸੀ ਦੱਸਣ ਦਾ। ਮਾਈ ਨੇ ਮੰਜੇ ਡਾਹ 'ਤੇ ਬਹਿ ਜਾਓ। ਬਾਬਾ ਜੀ ਕਹਿੰਦੇ ਨੇ ਮਾਈ ਅਸੀਂ ਬੈਠਣ 'ਤੇ ਨਹੀਂ ਆਏ, ਅਸੀਂ ਪ੍ਰਾਹੁਣੇ ਨਹੀਂ ਆਏ ਵੀ ਤੇਰੇ ਕੋਲ ਰੋਟੀ ਪਾਣੀ ਖਾਈਏ, ਸਾਨੂੰ ਗੁਰੂ ਦੇ ਬਾਬਤ ਦੱਸ। ਮਾਈ ਕਹਿੰਦੇ ਮੈਂ ਕੀ ਦੱਸਾਂ, ਗੁਰੂ ਜਾਣੇ। ਕਹਿਣ ਲੱਗੇ ਅਸੀਂ ਤੇ ਪੁੱਛਣ ਆਏ ਆ, ਦਰਸ਼ ਦੇਖਣ ਆਏ ਆ, ਸਾਨੂੰ ਗੁਰੂ ਕੇ ਬਾਰੇ ਦੱਸ। ਮਾਈ ਵਿਰਾਈ ਚੁੱਪ ਰਹੀ ਹੈ। ਦੇਖਿਆ ਬਾਬਾ ਬੁੱਢਾ ਜੀ ਆ ਗਏ ਨੇ, ਇਹਨਾਂ ਤੋਂ ਓਲਾ ਹੋ ਨਹੀਂ ਸਕਦਾ। ਮਾਈ ਨੇ ਇਹਨਾਂ ਤੋਂ ਕੁਝ ਨਹੀਂ ਕਿਹਾ, ਆਪਣੇ ਘਰ ਦੇ ਸੇਵਾਦਾਰ ਨੇ ਕਹਿ ਕੇ ਭਾਈ ਤੁਸੀਂ ਦਾਲ ਪ੍ਰਸ਼ਾਦ ਦਾ ਪ੍ਰਬੰਧ ਕਰੋ, ਇਹਨਾਂ ਗੁਰਸਿੱਖਾਂ ਦਾ ਪ੍ਰਸ਼ਾਦ ਪਕਾਈਏ। ਪ੍ਰਸ਼ਾਦੇ ਵੱਲ ਆਹਰ ਕਰ ਲਿਆ। ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਪਲੰਘਾਂ 'ਤੇ ਜੋ ਚਾਦਰਾਂ ਵਿਛੀਆਂ ਸੀ ਨਾ ਉਹ ਚੁੱਕੀਆਂ, ਵਿਹੜੇ 'ਚ ਵਿਛਾਈਆਂ, ਬੈਠ ਗਏ। ਉਦੋਂ ਥੋੜ੍ਹਾ ਜਿਹਾ ਥਾਂ ਵਿਹੜੇ 'ਚ ਛੱਡ ਲਿਆ ਸੀ। ਸੱਜੇ ਖੱਬੇ ਬਾਬਾ ਬੁੱਢਾ ਸਾਹਿਬ ਜੀ, ਭਾਈ ਮਨ ਸੁਖ ਜੀ, ਸਧਾਰਨ ਜੀ, ਹੋਰ ਜਿਹੜੇ ਕਰਤਾਰਪੁਰ ਤੋਂ ਸੰਗਤ ਆਈ, ਬਹਿ ਗਏ ਤੇ ਗੁਰਬਾਣੀ ਪੜ੍ਹਨ ਲੱਗ ਪਏ। ਠੀਕ ਹੈ, ਸਾਡੇ ਤੁਹਾਡੇ ਵਾਂਗ
ਕੀਰਤਨ ਦੇ ਸੰਗੀਤਕ ਧੁਨਾਂ ਨਹੀਂ ਸਨ। ਬੈਠ ਕੇ ਕੀਰਤਨ ਸ਼ੁਰੂ ਹੋਇਆ, ਇੱਕ ਸ਼ਬਦ, ਦੂਜਾ ਸ਼ਬਦ, ਤੀਜੇ ਸ਼ਬਦ ਨੂੰ ਦੇਖਿਆ, ਜੋ ਨੇਤਰ ਖੁੱਲ੍ਹੇ ਤੋਂ ਵਿਚਕਾਰ ਜੋ ਖਾਲੀ ਥਾਂ ਸੀ ਨਾ, ਉੱਥੇ ਗੁਰੂ ਅੰਗਦ ਦੇਵ ਜੀ ਲਹਿਣਾ ਜੀ ਸੁਭਾਵਕ ਪ੍ਰਗਟ ਬੈਠੇ ਸਨ ਤੇ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਤੁਸਾਂ ਨੇ ਗੁਰੂ ਨੂੰ ਪ੍ਰਗਟ ਕਰਨ ਦੀ ਵਿਧੀ ਵੀ ਪ੍ਰਗਟ ਕਰ ਦਿੱਤੀ ਹੈ। ਗੁਰੂ ਇਸ ਤਰ੍ਹਾਂ ਪ੍ਰਗਟ ਹੁੰਦੇ ਨੇ, ਉਹ ਜਗ੍ਹਾ ਛੱਡੀ ਹੁੰਦੀ ਹੈ ਗੁਰੂ ਦੇ ਵਾਸਤੇ, ਉੱਥੇ ਅਸੀਂ ਲਿਆ ਕੇ ਰੱਖ ਲੈਂਦੇ ਹਾਂ ਗੁਰੂ ਵਾਸਤੇ ਦਾ ਪ੍ਰਸ਼ਾਦ, ਉੱਥੇ ਹੀ ਫਿਰ ਅਸੀਂ ਗੁਰੂ ਕਾ ਪ੍ਰਸ਼ਾਦ ਰੱਖਦੇ ਆ। ਆਜ ਵੇਖਿਆ ਨਾ, ਉੱਥੇ ਪ੍ਰਸ਼ਾਦ ਰੱਖ ਅਰਦਾਸੇ ਕਰਦੇ ਆ, ਉਹ ਜਗ੍ਹਾਵਾਂ ਐਸੀਆਂ ਬਣਦੀਆਂ ਨੇ, ਗੁਰੂ ਪ੍ਰਗਟ ਹੁੰਦਾ ਹੈ। ਕਹਿਣ ਲੱਗੇ ਉਹਨਾਂ ਨੇ ਜਿਹਨਾਂ ਨਾਮ ਲੈ ਲਿਆ ਉਹ ਧੰਨ ਹੈ। ਤੇ ਅਖੀਰ ਤੇ ਕਹਿੰਦੇ ਇਸ ਗੁਰਸਿੱਖ ਕਹੋ ਸਦਾ ਨਮਸਕਾਰੀ, ਜੋ ਗੁਰ ਕੇ ਭਾਣੇ ਗੁਰਸਿੱਖ ਚੱਲਿਆ ਭਾਈ, ਜੋ ਗੁਰੂ ਕੇ ਭਾਣੇ ਚੱਲ ਗੁਰਸਿੱਖ ਚੱਲਦਾ ਹੈ ਉਹਨੂੰ ਤੇ ਸਦਾ ਹੀ ਨਮਸਕਾਰ ਕਰੀਏ। ਗੁਰਦੇਵ ਕਿਰਪਾ ਕਰਨ ਅਸੀਂ ਵਡੇਰੇ ਗੁਰਸਿੱਖਾਂ ਦਾ, ਗੁਰਮੁਖਾਂ ਦਾ ਜਿਤਨਾ ਹੋ ਸਕੇ ਮਾਣ ਸਨਮਾਨ ਕਰਦੇ ਰਹੀਏ, ਉਤਨਾ ਹੀ ਸਾਡਾ ਮਾਣ ਸਨਮਾਨ ਹੁੰਦਾ ਰਹੇਗਾ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ